ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਚੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸ਼ਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦੈ ਕਰ ਪਾਪ ਸਮੂਹ ਨ ਭੇਟਨ ਪਾਵੈ। और की बात कहाँ कहे तो सो सो पेट ही के बट बीज बचावै। और की बात कहाँ कहे तो सो सो पेट ही के पट बीज बचावै। सतनाम वाहिगुरु साहिब जीओ। एक ओंकार हुकम सत श्री वाहिगुरु फतेह। जफरनामा श्री मुख बाक पातशाही दसवीं। वाहिगुरु जी का खालसा वाहिगुरु जी की फतेह। गुरु गरीब नवाज सच्चे पातशाह अंतरजामी सतगुरु जी की साजी नवाजी साध संगत जी ਆਪ ਜੀ ਬੜੇ ਵਡਭਾਗੇ ਹੋ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਵਾਜ਼ ਮਾਰੀ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਗੁਰੂ ਮਹਾਰਾਜ ਦੇ ਗੋਦ ਵਿੱਚ ਆ ਕੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਔਰ ਗੁਰੂ ਸਾਹਿਬਾਂ ਦਾ ਇਤਿਹਾਸ ਸਰਵਣ ਕੀਤਾ। ਸਿੱਖ ਪੰਥ ਦੇ ਮਹਾਨ ਵਿਦਵਾਨ ਕਵੀਸ਼ਰ ਸਤਿਕਾਰਯੋਗ ਗਿਆਨੀ ਸਰੂਪ ਸਿੰਘ ਜੀ ਸੁਰਵਿੰਡ ਵਾਲੇ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਗਿਆਨੀ ਭਗਵੰਤ ਸਿੰਘ ਜੀ ਸੁਰਵਿੰਡ ਉਹਨਾਂ ਦਾ ਜਥਾ ਉਹ ਇਤਿਹਾਸ ਆਪ ਜੀ ਨਾਲ ਸਾਂਝਾ ਕਰ ਰਹੇ ਸਨ। ਜਦੋਂ ਹਿੰਦੁਸਤਾਨ ਤੇ ਲੋਧੀਆਂ ਦਾ ਰਾਜ ਸੀ, ਪੰਜਾਬ ਦਾ ਸ਼ਹਿਰ ਹੈ ਲੁਧਿਆਣਾ, ਇਹ ਲੋਧੀਆਂ ਨੇ ਵਸਾਇਆ ਹੈ। ਬਾਬਰ ਬਾਦਸ਼ਾਹ ਤੋਂ ਪਹਿਲਾਂ ਇੱਥੇ ਲੋਧੀਆਂ ਦਾ ਕਬਜ਼ਾ ਸੀ ਔਰ ਜਿਹਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਮੋਤੀ ਲੱਗੇ ਸਨ ਮੋਦੀ ਖਾਨੇ ਵਿੱਚ। ਉਹ ਵੀ ਲੋਧੀ ਪਠਾਨ ਸੀ ਜਿਹਦਾ ਨਾਮ ਸੀ ਦੌਲਤ ਖਾਨ ਲੋਧੀ। ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਵੀ ਆਉਂਦਾ ਦੌਲਤ ਖਾਨ ਲੋਧੀ ਭਲਾ ਹੋਵਾ ਜਿੰਦ ਪੀਰ ਅਬਿਨਾਸੀ। ਦੌਲਤ ਖਾਨ ਲੋਧੀ ਵੀ ਗੁਰੂ ਸਾਹਿਬ ਦਾ ਉਦੋਂ ਸ਼ਰਧਾਲੂ ਬਣਿਆ ਸੀ ਜਦੋਂ ਮਹਾਰਾਜ ਨੇ ਉਹਦੇ ਦਿਲ ਦੀ ਬੁੱਝ ਲਈ ਸੀ। ਜਦੋਂ ਮਹਾਰਾਜ ਨੇ ਐਲਾਨ ਕੀਤਾ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਉਹ ਕਹਿਣ ਲੱਗਾ ਜੇ ਤੁਹਾਡੀ ਨਿਗਾਹ ਵਿੱਚ ਹਿੰਦੂ ਮੁਸਲਮਾਨ ਦਾ ਫਰਕ ਨਹੀਂ ਤੇ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ ਰੱਬ ਦਾ ਨਾਂ ਲੈਣਾ ਸਾਨੂੰ ਕੋਈ ਇਤਰਾਜ਼ ਨਹੀਂ, ਚਲੋ ਚੱਲਦੇ ਹਾਂ। ਅੱਜ ਸਾਧ ਸੰਗਤ ਜੀ ਕੋਈ ਸਿੱਖ ਕਿਸੇ ਮਸਜਿਦ ਵਿੱਚ ਚਲਾ ਜਾਵੇ ਨਾਲ ਦਿਆਂ ਨੂੰ ਫਿਕਰ ਪੈ ਜਾਂਦਾ ਹੈ ਕਿੱਥੇ ਚਲਾ ਗਿਆ। ਕੋਈ ਮੰਦਰ ਵਿੱਚ ਇਤਿਹਾਸਕ ਜਾਣਕਾਰੀ ਲੈਣ ਚਲੇ ਜਾਈਏ ਤੇ ਨਾਲ ਦਿਆਂ ਨੂੰ ਫਿਕਰ ਪੈ ਜਾਂਦਾ ਵੀ ਇਹ ਮੰਦਰ 'ਚ ਕਿਉਂ ਚਲਾ ਗਿਆ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਡਾਕਟਰ ਦੀ ਦੁਕਾਨ ਤੇ ਸਾਰੇ ਮਰੀਜ਼ ਨਹੀਂ ਜਾਂਦੇ, ਦਵਾਈਆਂ ਵੇਚਣ ਵਾਲੇ ਵੀ ਜਾਂਦੇ ਆ। ਉਹਨਾਂ ਨੇ ਆਪਣੀ ਦਵਾਈ ਬਾਰੇ ਡਾਕਟਰ ਨੂੰ ਦੱਸਣਾ ਹੁੰਦਾ ਵੀ ਡਾਕਟਰ ਸਾਹਿਬ ਆਹ ਦਵਾਈ ਨਵੀਂ ਆਈ ਹੈ
ਜੇ ਮਰੀਜ਼ਾਂ ਨੂੰ ਦਿਓਗੇ ਤਾਂ ਇਹ ਫਾਇਦਾ ਹੋਵੇਗਾ, ਡਾਕਟਰ ਉਹਦੇ 'ਤੇ ਵਿਚਾਰ ਕਰ ਲੈਂਦਾ। ਜ਼ਰੂਰੀ ਨਹੀਂ ਡਾਕਟਰ ਦਾ ਰਿਸ਼ਤੇਦਾਰ ਵੀ ਕੋਈ ਜਾ ਸਕਦਾ, ਕੋਈ ਦੋਸਤ ਮਿੱਤਰ ਵੀ ਜਾ ਸਕਦਾ, ਸਾਰਿਆਂ ਨੂੰ ਮਰੀਜ਼ ਨਾ ਸਮਝ ਲਵੇ। ਪਰ ਜਦੋਂ ਗੁਰੂ ਨਾਨਕ ਸਾਹਿਬ ਗਏ ਸਨ ਉਸ ਵੇਲੇ ਵੀ ਲੋਕਾਂ ਨੇ ਸਮਝ ਲਿਆ ਸੀ ਵੀ ਇਹ ਕੀ ਬਣ ਗਿਆ, ਨਾਨਕ ਮੁਸਲਮਾਨ ਬਣ ਜਾਏਗਾ। ਭਾਈਆ ਜੈ ਰਾਮ ਨੂੰ ਕਹਿਣ ਲੱਗੇ ਰੋਕੋ ਨਾਨਕ ਜੀ ਨੂੰ, ਤੇ ਭਾਈਆ ਜੀ ਬੜੇ ਚਿੰਤਾਤੁਰ ਹੋ ਕੇ ਬਹਿ ਗਏ। ਤੇ ਬੇਬੇ ਨਾਨਕੀ ਨੇ ਆਖਿਆ ਸੀ ਮੇਰਾ ਵੀਰ ਸੰਸਾਰ ਨੂੰ ਤਾਰਨ ਆਇਆ, ਡੁੱਬਣ ਵਾਲਿਆਂ ਨੂੰ ਤਾਰਨ ਵਾਲਾ ਹੈ, ਉਹ ਉਹਨਾਂ ਨੂੰ ਵੀ ਗੁਰੂ ਕਾ ਪਿਆਰਾ ਬਣਾ ਕੇ ਆਏਗਾ। ਮਸੀਤ ਵਿੱਚ ਸੱਚੇ ਪਾਤਸ਼ਾਹ ਗਏ ਸਨ, ਨਮਾਜ਼ ਪੜ੍ਹੀ ਸੀ, ਪਰ ਸਤਿਗੁਰੂ ਖੜ੍ਹੇ ਰਹੇ। ਬਾਅਦ ਵਿੱਚ ਨਮਾਜ਼ੀਆਂ ਨੇ ਪੁੱਛਿਆ, ਦੌਲਤ ਖਾਂ ਨੇ, ਕਾਜੀ ਨੇ, ਸਾਰਿਆਂ ਨੇ ਪੁੱਛਿਆ ਤੁਸੀਂ ਨਮਾਜ਼ ਵਿੱਚ ਸਿਜਦਾ ਕਿਉਂ ਨਹੀਂ ਕੀਤਾ? ਮਹਾਰਾਜ ਕਹਿੰਦੇ ਕਿਹਦੇ ਨਾਲ ਕਰਦੇ? ਅੱਗੇ ਕਾਜ਼ੀ ਮੌਲਵੀ ਖੜ੍ਹ ਕੇ ਨਮਾਜ਼ ਪੜ੍ਹਾਉਂਦੇ ਆ, ਪਿੱਛੇ ਸਾਰੇ ਲਾਈਨ ਵਿੱਚ ਲੱਗ ਕੇ ਪੜ੍ਹਦੇ। ਕਾਜ਼ੀ ਕਹਿਣ ਲੱਗਾ ਮੇਰੇ ਨਾਲ। ਮਹਾਰਾਜ ਕਹਿੰਦੇ ਕਾਜ਼ੀ ਸਾਹਿਬ ਤੁਸੀਂ ਤੇ ਘਰ ਘੋੜੀ ਸੂਈ ਹੈ, ਉਹਦਾ ਬਛੇਰਾ ਕਿਤੇ ਟੋਏ 'ਚ ਨਾ ਡਿੱਗ ਪਵੇ, ਇਸੇ ਫਿਕਰ 'ਚ ਪਰੇਸ਼ਾਨ ਹੋ, ਚਿੰਤਾ ਤੁਹਾਨੂੰ, ਤੁਹਾਡਾ ਤਾਂ ਖਿਆਲ ਹੀ ਉੱਥੇ ਗਿਆ ਸੀ ਬਛੇਰੀ ਵਿੱਚ। ਕਾਜ਼ੀ ਕਹਿਣ ਲੱਗਾ ਗੱਲ ਤਾਂ ਮੇਰੇ ਦਿਲ ਦੀ ਬੁੱਝ ਲਈ ਹੈ, ਸੱਚ ਤੋਂ ਇਨਕਾਰ ਨਹੀਂ ਕਰੀਦਾ। ਕਹਿਣ ਲੱਗਾ ਗੱਲ ਤਾਂ ਤੁਹਾਡੀ ਠੀਕ ਹੈ, ਮੇਰਾ ਧਿਆਨ ਉੱਥੇ ਹੀ ਸੀ। ਦੂਸਰਾ ਦੌਲਤ ਖਾਂ ਕਹਿਣ ਲੱਗਾ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਤੂੰ ਘੋੜੇ ਖਰੀਦਣ ਕਾਬਲ ਗਿਆ ਹੋਇਆ ਸੀ, ਉੱਥੇ ਘੋੜੇ ਚੰਗੀ ਨਸਲ ਦੇ ਮਿਲਦੇ ਹੈ। ਉਹ ਵੀ ਪੈਰੀ ਢਹਿ ਪਿਆ ਵੀ ਮੇਰੇ ਦਿਲ ਦੀ ਵੀ ਬੁੱਝ ਲਈ ਹੈ। ਪਾਤਸ਼ਾਹ ਮੋਦੀ ਖਾਨਾ ਲੁਟਾ ਕੇ ਸ਼ਮਸ਼ਾਨ ਭੂਮੀ 'ਚ ਜਾ ਬੈਠੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਦੋਂ ਫੜੇ ਆ ਨਾ, ਉਹਨਾਂ ਨੂੰ ਪੜਾਣੇ ਪਿੰਡ ਰੱਖਿਆ ਤੇ ਉਹਨਾਂ ਨੇ ਉੱਥੇ ਕੁਝ ਗੱਲਾਂ ਸਿੰਘਾਂ ਨੂੰ ਦੱਸੀਆਂ ਸਨ, ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਨੇ ਲਿਖੀਆਂ ਹਨ। ਉਹ ਕਹਿੰਦੇ ਵੀ ਦੌਲਤ ਖਾਂ ਦੇ ਅਜੇ ਤੱਕ ਬੱਚਾ ਕੋਈ ਨਹੀਂ ਸੀ, ਤੇ ਦੌਲਤ ਖਾਂ ਲੋਧੀ, ਭਾਈ ਦੌਲਤ ਖਾਂ ਜਿਹੜਾ ਪਠਾਨ ਸੀ, ਉਹਦੀ ਘਰ ਵਾਲੀਆਂ 2 ਬੇਗਮਾਂ ਸਨ, ਦੋਵੇਂ ਹੀ ਬੱਚੇ ਤੋਂ ਖਾਲੀ ਸਨ। ਕਹਿਣ ਲੱਗੀਆਂ ਕਿ ਖਾਨ ਸਾਹਿਬ ਜੇ ਤੁਹਾਡਾ ਮੋਦੀ ਇੰਨਾ ਸ਼ਕਤੀਸ਼ਾਲੀ ਹੈ, ਇੰਨੀ ਦਿਲ ਦੀ ਗੱਲ ਬੁੱਝਦਾ ਹੈ ਤੇ ਪੀਰ ਹੈ, ਤਾਂ ਹੋ ਸਕਦਾ ਸਾਡੀ ਵੀ ਝੋਲੀ ਭਰ ਦੇਵੇ। ਕਹਿਣ ਲੱਗੇ ਜਾਓ ਬੇਨਤੀ ਕਰਕੇ ਵੇਖੋ। ਉਹ ਦੋਵੇਂ ਬੇਗਮਾਂ ਉੱਥੇ ਆਈਆਂ ਜਿੱਥੇ ਸਤਿਗੁਰੂ ਜੀ ਸ਼ਮਸ਼ਾਨ ਭੂਮੀ ਵਿੱਚ ਬੈਠੇ ਸਨ। ਦੁਨੀਆ ਤਾਂ ਗੱਲਾਂ ਕਰਦੀ ਸੀ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਪਰ ਪਾਤਸ਼ਾਹ ਅਕਾਲ ਪੁਰਖ ਨਾਲ ਸੁਰਤੀ ਜੋੜੀ ਬੈਠੇ ਸਨ। ਬੇਗਮਾਂ ਨੇ ਬੇਨਤੀ ਕੀਤੀ, ਮਹਾਰਾਜ ਨੇ ਬਖਸ਼ਿਸ਼ ਕੀਤੀ। 2-2 ਬੇਰ ਤੋੜ ਕੇ ਮਲੇ ਕੋਲ ਸਨ ਛੋਟੇ ਛੋਟੇ, ਉਹਦੇ ਦੇ ਦਿੱਤੇ। ਕਹਿਣ ਲੱਗੇ 4 ਪੁੱਤਰ ਹੋਣਗੇ, ਦੋਵਾਂ ਦੇ 2-2 ਪੁੱਤਰ ਹੋਣਗੇ। ਜਾਲੀ ਦੀਨ, ਜੌਲ ਦੀਨ, ਸ਼ਮਸ ਦੀਨ ਆਦਿਕ ਨਾਮ ਰੱਖਦੇ ਆ, ਜੇ ਨਾਮ ਹੀ ਪਹਿਲਾਂ ਦੱਸ ਦਿੱਤੇ। ਉਸ ਤੋਂ ਬਾਅਦ ਮਹਾਰਾਜ ਜੀ ਤਾਂ ਚਲੇ ਗਏ ਬਹੁਤ ਲੰਮੀ ਯਾਤਰਾ 'ਤੇ ਸੰਸਾਰ ਦਾ ਉਧਾਰ ਕਰਨ ਲਈ। ਉਹ ਲੜਕੇ ਪੈਦਾ ਹੋ ਕੇ ਥੋੜ੍ਹੀ ਉਮਰ ਵਿੱਚ ਹੀ ਬੜੇ ਪੜ੍ਹ ਲਿਖ ਕੇ ਵੱਡੇ ਅਹੁਦਿਆਂ 'ਤੇ ਲੱਗ ਗਏ। ਚਾਰੇ ਲੜਕੇ ਬਾਦਸ਼ਾਹ ਜਿਹੜਾ ਇਬਰਾਹੀਮ ਲੋਧੀ ਸੀ, ਉਹਦੇ ਸਮੇਂ ਵਿੱਚ ਹਿੰਦੁਸਤਾਨ ਦੇ ਵੱਡੇ ਅਹੁਦਿਆਂ 'ਤੇ ਚਲੇ ਗਏ। ਤੇ 5ਵਾਂ ਰਾਏ ਬੁਰਾਰ ਦਾ ਬੇਟਾ ਜਿਹੜਾ ਸੀ, ਉਹ ਵਜ਼ੀਰ ਆਜ਼ਮ ਹਿੰਦ ਬਣ ਗਿਆ। ਇਹ 5 ਹੀ ਗੁਰੂ ਕੇ ਸਿੱਖ ਸਨ, ਯਾਦ ਕਰਕੇ ਮੁਸਲਮਾਨ, ਪਰ ਗੁਰੂ ਪਾਤਸ਼ਾਹ ਦੀ ਸ਼ਰਧਾ ਤੇ ਸਿੱਖੀ ਮਨ 'ਚ ਵਸੀ ਹੋਈ ਸੀ। ਗੁਰੂ ਆਸ਼ੇ ਅਨੁਸਾਰ ਤੁਰਦੇ ਸਨ, ਬਾਦਸ਼ਾਹ ਦੀਆਂ ਕਰਤੂਤਾਂ ਤੇ ਬਾਦਸ਼ਾਹ ਨੂੰ ਰੋਕਦੇ ਸਨ ਵੀ ਤੂੰ ਜ਼ੁਲਮ ਨਾ ਕਰਿਆ ਕਰ। ਬਾਦਸ਼ਾਹ ਨੇ ਇਹ 4 ਲੜਕੇ ਗ੍ਰਿਫਤਾਰ ਕਰ ਲਏ। 5ਵਾਂ ਜਿਹੜਾ ਰਾਏ ਬੁਲਾਰ ਦਾ ਲੜਕਾ ਸੀਗਾ, ਉਹਨੇ ਆਖਿਆ ਵੀ ਇਹਨਾਂ ਨੂੰ ਛੱਡ ਦੇ, ਕਿਉਂ ਇਹਨਾਂ ਵਿਦੋਸ਼ੀਆਂ ਨੂੰ ਮਾਰਦਾ, ਉਹਨੂੰ ਵੀ ਨਾਲ ਗ੍ਰਿਫਤਾਰ ਕਰ ਲਿਆ। ਵਜ਼ੀਰ ਆਜ਼ਮ ਵੀ ਬਦਲ ਦਿੱਤਾ। ਔਰ 5 ਜਦੋਂ ਇਹ ਕੈਦ ਵਿੱਚ ਪੈ ਗਏ ਤਾਂ ਉਹਨਾਂ 4 ਲੜਕਿਆਂ ਨੇ ਜੇਲ੍ਹ ਵਿੱਚੋਂ ਚਿੱਠੀ ਲਿਖੀ
ਆਪਣੇ ਪਿਤਾ ਦੌਲਤ ਖਾਨ ਨੂੰ, ਜਿਹੜਾ ਬੁੱਢਾ ਹੋ ਚੁੱਕਾ ਸੀ, ਬਿਰਧ ਹੋ ਚੁੱਕਾ ਸੀ, ਲੁਧਿਆਣੇ ਰਹਿੰਦਾ ਸੀ, ਸੁਲਤਾਨਪੁਰ ਤੋਂ ਰਿਹਾਇਸ਼ ਲੁਧਿਆਣੇ ਬਦਲ ਲਈ ਸੀ। ਉਹਨਾਂ ਨੇ ਚਿੱਠੀ 'ਚ ਲਿਖਿਆ, ਬਾਪੂ ਪਤਾ ਨਹੀਂ ਸਾਡੀ ਚਿੱਠੀ ਮਿਲਣ ਤੋਂ ਪਹਿਲਾਂ ਅਸੀਂ ਇਸ ਦੁਨੀਆ ਤੋਂ ਚਲੇ ਜਾਈਏ, ਤੈਨੂੰ ਚਿੱਠੀ ਬਾਅਦ ਵਿੱਚ ਮਿਲੇ। 1-2 ਦਿਨਾਂ ਵਿੱਚ ਸਾਨੂੰ ਕਤਲ ਕੀਤਾ ਜਾਣਾ। ਸਾਡੇ ਮਾਰਨ ਦੀਆਂ ਸਕੀਮਾਂ ਬਾਦਸ਼ਾਹ ਨੇ ਘੜ ਲਈਆਂ, ਪਰ ਤੂੰ ਪਠਾਨ ਹੈ, ਸਾਡਾ ਪਿਓ ਹੈ, ਪਠਾਨ ਬਦਲਾ ਲੈਂਦੇ ਹਨ। ਸਾਡੀ ਮੌਤ ਦਾ ਬਦਲਾ ਜ਼ਰੂਰ ਲਵੀਂ। ਜੇ ਕੋਈ ਤੇਰੀ ਸਹਾਇਤਾ ਨਾ ਕਰੇ, ਕੋਈ ਤੇਰੀ ਬਾਂਹ ਨਾ ਫੜੇ, ਕੋਈ ਤੇਰੀ ਮਦਦ ਨਾ ਕਰੇ, ਤੂੰ ਬੁੱਢਾ ਹੈ, ਨਿਰਾਸ਼ ਨਾ ਹੋਵੀਂ, ਪੀਰ ਨਾਨਕ ਕੋਲ ਚਲਾ ਜਾਵੀਂ। ਪੀਰ ਨਾਨਕ ਜਿੱਥੇ ਵੀ ਮਿਲੇ ਉਹਦੇ ਚਰਨਾਂ 'ਚ ਬੇਨਤੀ ਕਰੀ, ਉਹ ਤੇਰਾ ਰਾਹ ਰੁਸ਼ਨਾਏਗਾ। ਸਾਧ ਸੰਗਤ ਜੀ, ਜਦੋਂ ਦੌਲਤ ਖਾਨ ਨੂੰ ਚਿੱਠੀ ਮਿਲੀ, 4 ਪੁੱਤਰਾਂ ਦੀ ਮੌਤ ਸਾਹਮਣੇ ਦਿਸੀ, ਘਬਰਾ ਗਿਆ, ਚਿੰਤਾ 'ਚ ਬੜਾ ਪੈ ਗਿਆ। ਹੋਰ ਕੋਈ ਰਾਹ ਨਾ ਲੱਭਾ। ਗੁਰੂ ਨਾਨਕ ਸਾਹਿਬ ਦਾ ਪਤਾ ਕੀਤਾ। ਮਹਾਰਾਜ ਉਸ ਵੇਲੇ ਰੋੜੀ ਸਾਹਿਬ ਐਮਨਾਬਾਦ ਭਾਈ ਲਾਲੋ ਕੋਲ ਜਾ ਕੇ ਠਹਿਰੇ ਹੋਏ ਸਨ। ਸਤਿਗੁਰਾਂ ਕੋਲ ਜਾ ਕੇ ਸਾਰੀ ਮਿੱਥਿਆ ਰੋ ਰੋ ਕੇ ਦੱਸੀ। ਕਹਿਣ ਲੱਗਾ ਦੌਲਤ ਖਾਨ ਮਹਾਰਾਜ ਨੂੰ, ਮਹਾਰਾਜ ਜਿਹੜੇ 4 ਪੁੱਤਰ ਤੁਸੀਂ ਦਿੱਤੇ ਸੀ, ਤੁਹਾਡੇ ਸਿੱਖ ਸੀ, ਉਹਨਾਂ ਦੀ ਸ਼ਹੀਦੀ ਹੋ ਜਾਣੀ ਹੈ, ਉਹਨਾਂ ਨੂੰ ਮਾਰ ਦੇਣਾ ਦੁਸ਼ਮਣਾਂ ਨੇ, ਤੇ ਹੋ ਸਕਦਾ ਮਾਰ ਵੀ ਦਿੱਤੇ ਹੋਣ, ਮਾਰ ਦਿੱਤੇ ਸਨ। ਇਹ ਇਤਿਹਾਸ ਵਿੱਚ ਸੱਚਾਈ ਹੈ ਵੀ ਉਹ ਲੜਕੇ ਆਪਣੇ ਪਿਓ ਨੂੰ ਮਿਲ ਨਹੀਂ ਸਕੇ। ਔਰ ਹਿੰਦੁਸਤਾਨ ਦੀਆਂ ਔਰ ਫਾਰਸੀ ਦੀਆਂ, ਅੰਗਰੇਜ਼ੀ ਦੀਆਂ ਜਿੰਨੀਆਂ ਉਸ ਵੇਲੇ ਦੀਆਂ ਕਿਤਾਬਾਂ ਨੇ, ਉਹਨਾਂ ਸਾਰੀਆਂ 'ਚ ਇਹ ਗੱਲ ਹੈ ਵੀ ਦੌਲਤ ਖਾਂ ਦੇ ਪੁੱਤਰ ਲੋਧੀ ਬਾਦਸ਼ਾਹ ਨੇ ਮਾਰ ਦਿੱਤੇ। ਉਸੇ ਜਾਤ ਦਾ ਸੀ, ਆਪਣੀ ਜਾਤ ਦੇ ਬੰਦੇ ਹੀ ਆਪ ਮਾਰ ਦਿੱਤੇ। ਦੌਲਤ ਖਾਂ ਵੀ ਲੋਧੀ ਸੀ ਤੇ ਇਬਰਾਹੀਮ ਵੀ ਲੋਧੀ ਸੀ। ਸੋ ਲੋਧੀ ਪਠਾਨ ਬਾਦਸ਼ਾਹ ਨੇ ਇਹਨਾਂ 4 ਲੜਕਿਆਂ ਨੂੰ ਮਾਰ ਦਿੱਤਾ ਸੀ। ਉਹਨਾਂ ਦਾ ਬੁੱਢਾ ਪਿਓ ਗੁਰੂ ਨਾਨਕ ਸਾਹਿਬ ਕੋਲ ਰੋਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਇਹਦਾ ਬਦਲਾ ਮੈਨੂੰ ਲੈ ਕੇ ਦਿਓ। ਸਤਿਗੁਰਾਂ ਨੇ ਆਖਿਆ ਕਿ ਇਹ ਬਿਧ ਜਿਵੇਂ ਬਣਨੀ ਹੈ, ਮਹਾਰਾਜ ਪਹਿਲਾਂ ਹੀ ਜਾਣੀ ਜਾਣ ਸੀ। ਕਹਿਣ ਲੱਗੇ ਜਾਓ ਕਾਬਲ ਵੱਲ ਜਾ ਕੇ ਬਾਬਰ ਬਾਦਸ਼ਾਹ ਨੂੰ ਮਿਲੋ, ਉਹਨੂੰ ਚੜ੍ਹਾ ਕੇ ਲਿਆਓ। ਇਤਿਹਾਸਕ ਸੱਚਾਈ ਹੈ ਕਿ ਦੌਲਤ ਖਾਂ ਲੋਧੀ ਹੀ ਗਿਆ ਸੀ ਬਾਬਰ ਦੇ ਕੋਲ, ਔਰ ਬਾਬਰ ਨੂੰ ਬੇਨਤੀ ਕੀਤੀ ਸੀ। ਤੇ ਬਾਬਰ ਕਹਿਣ ਲੱਗਾ ਹਿੰਦੁਸਤਾਨ 'ਚ ਕਾਲਾ ਇਲਮ ਬਹੁਤ ਚੱਲਦਾ ਹੈ, ਜਾਦੂ ਬਹੁਤ ਚੱਲਦਾ ਹੈ। ਪਠਾਨ ਮੇਰੇ ਮੁਗਲਾਂ ਦੇ ਉੱਤੇ, ਕਿਉਂਕਿ ਮੁਗਲ ਸੀ ਬਾਬਰ ਤੇ ਪਠਾਨ ਸੀ ਲੋਧੀ ਇਬਰਾਹੀਮ। ਮੁਗਲ ਪਠਾਣਾ ਭਈ ਲੜਾਈ, ਗੁਰੂ ਗ੍ਰੰਥ ਸਾਹਿਬ 'ਚ ਬਚਨ ਆਉਂਦਾ, ਮੁਗਲ ਮੇਰੇ ਹਾਰ ਜਾਣਗੇ ਤੇ ਪਠਾਣਾ ਨੇ ਜਾਦੂ ਟੂਣਾ ਕਰਨਾ ਹੈ। ਉਹਨਾਂ ਨੇ ਬੜਾ ਹਊਆ ਬਣਾਇਆ ਹੋਇਆ ਸੀ ਪਠਾਣਾ ਨੇ ਵੀ ਸਾਡੇ ਕੋਲ ਜਾਦੂ ਟੂਣਾ ਇਲਮ ਕਾਲਾ ਇੰਨਾ ਵੀ ਅਸੀਂ ਦੁਸ਼ਮਣ ਨੂੰ ਅੰਨ੍ਹਿਆ ਕਰ ਦਿੰਦੇ, ਮੁਗਲ ਅੰਨ੍ਹੇ ਹੋ ਜਾਣਗੇ। ਬਾਬਰ ਕਹਿਣ ਲੱਗਾ ਜੇ ਅਸੀਂ ਅੰਨ੍ਹੇ ਹੀ ਹੋ ਗਏ ਹਿੰਦੁਸਤਾਨ 'ਚ ਜਾ ਕੇ ਕੀ ਕਰਾਂਗੇ। ਦੌਲਤ ਖਾਂ ਕਹਿਣ ਲੱਗਾ ਪੀਰ ਨਾਨਕ ਦਾ ਮੇਰੇ ਵੱਲ ਹੱਥ ਹੈ, ਉਹਨਾਂ ਦੇ ਸਿੱਖਾਂ ਦਾ ਬਦਲਾ ਲੈਣਾ ਹੈ, ਹੰਕਾਰੀ ਪਠਾਣਾ ਦਾ ਹੰਕਾਰ ਤੋੜਨਾ ਹੈ ਤੇ ਤੇਰੇ ਮੁਗਲ ਅੰਨੇ ਨਹੀਂ ਹੋਣਗੇ। ਬਾਣੀ 'ਚ ਬਚਨ ਆਇਆ ਕੋਈ ਮੁਗਲ ਨਾ ਹੋਆ ਅੰਧਾ ਕਿਨਾ ਨਾ ਪਰਚਾ ਲਾਇਆ। ਸਾਰੇ ਜਾਦੂ ਟੂਣੇ ਫੇਲ ਹੋ ਜਾਂਦੇ ਜਿੱਥੇ ਗੁਰੂ ਕੀ ਬਾਣੀ ਦਾ ਸਹਾਰਾ ਹੋ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਰ ਚੜ੍ਹਿਆ ਔਰ ਬਾਬਰ ਨੇ ਆ ਕੇ ਮੁਗਲਾਂ ਜਾਂ ਪਠਾਣਾਂ ਦੀ ਤਾਂ ਲੱਕ ਤੋੜੀ, ਪਰ ਜਦੋਂ ਇਹੋ ਜਿਹੇ ਮਾਹੌਲ ਬਣਦੇ ਨਾ ਉੱਥੇ ਗਰੀਬ ਲੋਕ ਵੀ ਮਾਰੇ ਜਾਂਦੇ ਆ, ਉਹ ਵੀ ਪਿਸ ਜਾਂਦੇ ਆ। ਜਦੋਂ ਗਰੀਬਾਂ ਨੂੰ ਮਾਰ ਪਈ, ਸੱਚੇ ਪਾਤਸ਼ਾਹ ਦੋਵਾਂ ਸਿਰਿਆਂ ਦੇ ਸੁਆਮੀ ਹਨ, ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲਾ ਵਿਗਸੈ ਅੰਤਰਜਾਮੀ। ਤੇ ਮਹਾਰਾਜ ਕਹਿਣ ਲੱਗੇ ਐਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਜੰਮ ਕਰ ਮੁਗਲ ਚੜਾਇਆ। ਫਿਰ ਬਾਬਰ ਦੇ ਵੀ ਕੰਨ ਖਿੱਚ ਦਿੱਤੇ। ਬਾਬਰ ਪੈਰੀਂ ਢਹਿ ਪਿਆ, ਮੈਨੂੰ ਬਖਸ਼ੋ ਖਤਾ ਹੋ ਗਈ, ਹਿੰਦੁਸਤਾਨ ਦਾ ਰਾਜ ਮੰਗਦਾ ਹਾਂ। ਬੜੀ ਲੰਮੀ ਕਥਾ ਹੈ। ਬਾਬਰ ਦੀ ਜੇਲ੍ਹ ਵਿੱਚ ਪਾਤਸ਼ਾਹ ਨੂੰ ਚੱਕੀ ਵੀ ਪੀਸਣੀ ਪਈ। ਮਹਾਰਾਜ ਨੇ ਬਾਣੀ ਜਦੋਂ ਗਾਈ ਨਾ ਬਾਬਰ ਬਾਣੀ,
ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ। ਆਸਾ ਰਾਗ ਦੇ ਸ਼ਬਦ ਭਾਈ ਮਰਦਾਨਾ ਜੀ ਗਾ ਰਹੇ ਸਨ। ਚੱਕੀਆਂ ਆਪੇ ਚੱਲ ਰਹੀਆਂ ਸਨ। ਬਾਬਰ ਮਿਲਣ ਆਇਆ, ਮਹਾਰਾਜ ਤੋਂ ਬੜਾ ਪ੍ਰਭਾਵਿਤ ਹੋਇਆ। ਦੌਲਤ ਖਾਂ ਤੋਂ ਵੀ ਉਹਨੇ ਮਹਿਮਾ ਸੁਣੀ ਸੀ। ਕਹਿਣ ਲੱਗਾ, ਫਿਰ ਮੈਨੂੰ ਹਿੰਦੁਸਤਾਨ ਦਾ ਰਾਜ ਦਿਓ, ਹਿੰਦੁਸਤਾਨ ਦਾ ਰਾਜ ਪੀਰ ਜੀ ਮੈਨੂੰ ਦਿਓ। ਮਹਾਰਾਜ ਕਹਿੰਦੇ, ਆਪਣੇ ਪੈਗੰਬਰ ਕੋਲੋਂ ਮੰਗ। ਜੋ ਭਜਨ ਭਾਈ ਤਾਰੂ ਸਿੰਘ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਸਿੰਘਾਂ ਨੂੰ ਪੜ੍ਹਾਣੇ ਪਿੰਡ ਸੁਣਾਏ ਨੇ, ਮੈਂ ਉਹ ਸੁਣਾ ਰਿਹਾ ਤੁਹਾਨੂੰ। ਔਰ ਉਹ ਭਜਨ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਕੋਟ ਕੀਤੇ ਨੇ, ਤੁਸੀਂ ਦੇਖ ਸਕਦੇ ਹੋ। ਬਾਬਰ ਕਹਿੰਦਾ ਜੀ ਰਾਜ ਦਿਓ। ਮਹਾਰਾਜ ਕਹਿੰਦੇ, ਆਪਣੇ ਮੁਹੰਮਦ ਸਾਹਿਬ ਪੈਗੰਬਰ ਸਾਹਿਬ ਕੋਲੋਂ ਮੰਗ। ਕਹਿੰਦਾ, ਉਹਨਾਂ ਕੋਲ ਮੇਰੀ ਪਹੁੰਚ ਨਹੀਂ, ਮੈਂ ਨਹੀਂ ਜਾ ਸਕਦਾ। ਕਿੱਥੇ ਪੈਗੰਬਰ ਤੇ ਕਿੱਥੇ ਮੈਂ? 1000 ਸਾਲ ਪਹਿਲਾਂ ਪੈਗੰਬਰ ਹੋਏ ਨੇ, ਮੈਂ ਹੁਣ ਉਹਨਾਂ ਕੋਲ ਕਿਵੇਂ ਜਾਵਾਂ? ਮਹਾਰਾਜ ਕਹਿੰਦੇ, ਪਹੁੰਚਾ ਅਸੀਂ ਦਿੰਦੇ ਹਾਂ, ਮੰਗ ਤੂੰ ਲਵੀਂ। ਸਤਿਗੁਰਾਂ ਨੇ ਆਖਿਆ, ਅੱਖਾਂ ਮੀਚ ਧਿਆਨ ਧਰ, ਪਹੁੰਚਾ ਦਿੱਤਾ ਦਰਗਾਹ ਵਿੱਚ। ਅਕਾਲ ਪੁਰਖ ਦੀ ਦਰਗਾਹ, ਉਸ ਦਰਬਾਰ ਦੇ ਅੱਗੇ ਬੜੇ ਬੜੇ ਪੀਰ ਪੈਗੰਬਰ ਔਲੀਏ ਹੱਥ ਜੋੜ ਕੇ ਖੜੇ ਹਨ। ਜਿੱਤਦਰ ਲੱਖ ਮੁਹੰਮਦਾਂ, ਲੱਖ ਬ੍ਰਹਮੇ ਵਿਸ਼ਨ ਮਹੇਸ਼। ਲੱਖਾਂ ਮੁਹੰਮਦ, ਲੱਖਾਂ ਬ੍ਰਹਮੇ, ਲੱਖਾਂ ਵਿਸ਼ਨੂੰ, ਲੱਖਾਂ ਸ਼ਿਵ ਜੀ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਵਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਕਿਤੇ, ਰਾਵਸਸ ਕਰੋੜ ਚਲੇਸ। ਉਸ ਦਿਵਿਆ ਮੰਡਲ ਦੇ ਸਾਹਮਣੇ ਖੜੇ ਮੁਹੰਮਦ ਸਾਹਿਬ ਹੱਥ ਜੋੜ ਕੇ ਬੰਦਗੀ ਵਿੱਚ। ਸੇਵਾਦਾਰ ਨੇ ਆਖਿਆ, ਜੀ ਬਾਬਰ ਬਾਦਸ਼ਾਹ ਆਇਆ ਮਿਲਣ ਵਾਸਤੇ। ਮੁਹੰਮਦ ਸਾਹਿਬ ਕਹਿੰਦੇ, ਬੁਲਾਓ। ਗਿਆ, ਮੱਥਾ ਟੇਕ ਕੇ ਖੜ ਗਿਆ। ਮੁਹੰਮਦ ਸਾਹਿਬ ਕਹਿੰਦੇ, ਕੀ ਚਾਹੁੰਦਾ ਹੈ? ਕਹਿੰਦਾ, ਹਿੰਦੁਸਤਾਨ ਦਾ ਰਾਜ। ਮੁਹੰਮਦ ਸਾਹਿਬ ਕਹਿੰਦੇ, ਮੇਰੇ ਕੋਲ ਨਹੀਂ। ਜਿਹੜਾ ਮੇਰੇ ਕੋਲ ਸੀ ਮੈਂ ਅਰਬ ਦੇ ਮੁਲਕ ਦੇ ਲੋਕਾਂ ਨੂੰ ਦੇ ਦਿੱਤਾ, ਤਿਮਰਲੰਗ ਵਰਗੇ ਬਾਦਸ਼ਾਹਾਂ ਨੂੰ। ਹਿੰਦੁਸਤਾਨ ਦਾ ਰਾਜ ਮੰਗਦਾ ਹੈ ਉਹ ਪੀਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਵੇਲੇ ਨਿਰੰਕਾਰ ਦਾ ਰੂਪ ਧਰਤੀ ਤੇ ਗਏ ਹਨ, ਉਹਨਾਂ ਕੋਲੋਂ ਮੰਗ। ਬਾਬਰ ਕਹਿੰਦਾ, ਉਹਨਾਂ ਨੇ ਤੇ ਮੈਨੂੰ ਤੁਹਾਡੇ ਕੋਲ ਭੇਜਿਆ। ਉਹ ਕਹਿੰਦੇ, ਮੁਹੰਮਦ ਸਾਹਿਬ ਤੋਂ ਮੰਗ। ਮੁਹੰਮਦ ਸਾਹਿਬ ਕਹਿੰਦੇ, ਉਹਨਾਂ ਨੇ ਪੱਕਿਆਂ ਕੀਤਾ ਵੀ ਕੱਲ੍ਹ ਨੂੰ ਮੁੱਕਰ ਨਾ ਜਾਵੀਂ ਵੀ ਮੈਂ ਮੁਹੰਮਦ ਤੋਂ ਲਿਆ। ਮਤਾ ਇਹ ਕਹਿ ਦੇਵੇਂ ਵੀ ਨਾਨਕ ਤੋਂ ਨਹੀਂ ਲਿਆ, ਮੁਹੰਮਦ ਤੋਂ ਲਿਆ। ਉਹ ਮੇਰੇ ਮੂੰਹ ਤੋਂ ਵੀ ਕੁਹਾਣਾ ਚਾਹੁੰਦੇ ਸੀ, ਤੇਰੇ ਕੰਨ ਕਰ ਖਿੱਚੇ ਹੈ ਉਹਨਾਂ ਨੇ ਚੰਗੀ ਤਰ੍ਹਾਂ। ਯਾਦ ਰੱਖੀ, ਪੱਕਿਆਂ ਕੀਤਾ, ਮੇਰੇ ਕੋਲ ਰਾਜ ਨਹੀਂ। ਹਿੰਦੁਸਤਾਨ ਦੇ ਰਾਜ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਹਨ, ਉਹ ਦੇਣਗੇ। ਬਾਬਰ ਆਇਆ, ਫਿਰ ਪੈਰੀ ਪੈ ਗਿਆ। ਕਹਿੰਦਾ, ਉੱਥੇ ਕਿਉਂ ਭੇਜਿਆ ਸੀ ਰਾਜ ਤੇ ਤੁਸੀਂ ਦੇਣਾ? ਮਹਾਰਾਜ ਕਹਿੰਦੇ, ਕਿਤੇ ਮੁੱਕਰ ਨਾ ਜਾਇਆ ਜੇ ਵੀ ਬਾਬੇ ਨਾਨਕ ਨੇ ਨਹੀਂ ਦਿੱਤਾ, ਇਸ ਤੇ ਮੁਹੰਮਦ ਤੋਂ ਲਿਆ। 7 ਪੁਸਤਾਂ ਤੇਰੀਆਂ ਰਾਜ ਕਰਨਗੀਆਂ। ਜਦੋਂ ਗੁਰੂ ਘਰ ਦੇ ਵਿਰੋਧੀ ਹੋ ਜਾਓਗੇ, ਉਦੋਂ ਰਾਜ ਖੋਹ ਕੇ ਖਾਲਸੇ ਨੂੰ ਦੇ ਦਿਆਂਗੇ। ਮੇਰਾ ਖਾਲਸਾ ਰਾਜ ਕਰੇਗਾ। ਔਰ ਨਾਲ ਇਹ ਵੀ ਬਚਨ ਕਿਹਾ ਬਈ ਗੁਰੂ ਘਰ ਦਾ ਅਦਬ ਰੱਖਣਾ, ਸਤਿਕਾਰ ਰੱਖਣਾ। ਜਿਨ੍ਹਾਂ ਜਿਨ੍ਹਾਂ ਨੇ ਰੱਖਿਆ ਸਾਧ ਸੰਗਤ ਜੀ, ਉਹ ਬਾਦਸ਼ਾਹ ਵੱਡਾ ਰਾਜ ਕਰ ਗਏ। ਜਦੋਂ ਔਰੰਗਜ਼ੇਬ ਦਾ ਸਮਾਂ ਆਇਆ, ਪਾਪ ਵੱਧ ਗਏ ਤੇ ਫਿਰ ਇਹਨਾਂ ਦੀ ਘਟਣੀ ਸ਼ੁਰੂ ਹੋ ਗਈ। ਤਾਕਤ ਖਤਮ ਹੁੰਦੀ ਮੁਗਲ ਦਿੱਲੀ ਜੋਗੇ ਰਹਿ ਗਏ ਤੇ ਬਾਅਦ 'ਚ ਖਾਲਸੇ ਨੇ ਫਤਿਹ ਕਰ ਲਿਆ ਮੋਰਚਾ। ਸੋ ਦੌਲਤ ਖਾਂ ਲੋਧੀ ਤੇ ਬਾਬਰ ਗੁਰੂ ਨਾਨਕ ਸਾਹਿਬ ਜੀ ਤੋਂ ਵਰਸਾਏ ਗਏ। ਜਿਹੜੀਆਂ ਬਾਬਰ ਦੀਆਂ ਕਮਜ਼ੋਰੀਆਂ ਸਨ, ਉਹ ਮਹਾਰਾਜ ਨੇ ਮੂੰਹ 'ਤੇ ਕਹਿ ਦਿੱਤੀਆਂ, ਤੂੰ ਜਾਬਰ ਹੈ ਬਾਬਰ, ਤੂੰ ਜਾਬਰ ਹੈ। ਜ਼ੁਲਮ ਕਰਨਾ ਛੱਡ ਦੇ, ਗਰੀਬਾਂ ਨੂੰ ਨਾ ਮਾਰ, ਬੇਦੋਸ਼ੀਆਂ ਨੂੰ ਨਾ ਮਾਰ। ਤੇ ਸਾਧ ਸੰਗਤ ਜੀ, ਉਹ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਜੋ ਜੋ ਹੋਇਆ ਐਮਨਾਬਾਦ ਵਿੱਚ ਉਹ ਭਾਈ ਸਾਹਿਬ ਸੁਣਾਉਣਗੇ। ਗੁਰੂ ਚਰਨਾਂ 'ਚ ਆਏ ਹਾਂ। ਜਿਹੜੀ ਇਹ ਕਥਾ ਚੱਲ ਰਹੀ ਜਫਰਨਾਮੇ ਦੀ, ਇਹਦੀ ਭੂਮਿਕਾ 'ਚ ਵੀ ਇਹ ਚੀਜ਼ਾਂ ਆਉਂਦੀਆਂ ਕੁਦਰਤੀ। ਗੁਰੂ ਨਾਨਕ ਸਾਹਿਬ ਤੋਂ ਇਸ ਗੱਲ ਸ਼ੁਰੂ ਹੁੰਦੀ ਹੈ। 10ਵੇਂ ਜਾਮੇ 'ਚ ਆ ਕੇ ਸੰਪੂਰਨਤਾ ਕੀਤੀ ਹੈ। ਜਿਹੜਾ ਬਾਬਰ ਨੂੰ ਰਾਜ ਦਿੱਤਾ ਸੀ, ਲੈ ਕੇ ਖਾਲਸੇ ਨੂੰ ਦੇਣਾ ਹੈ ਔਰ ਜ਼ਾਲਮ ਦਾ ਨਾਸ ਕਰਨਾ, ਧਰਮ ਦਾ ਪ੍ਰਕਾਸ਼ ਕਰਨਾ, ਹਲੀਮੀ ਰਾਜ ਸਥਾਪਿਤ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਦਾ ਮਤਲਬ ਹੈ ਐਸਾ ਰਾਜ ਹੋਵੇ ਜਿਹਦੇ 'ਚ ਸਾਰੇ ਸੁਖੀ ਵਸਣ, ਕਿਸੇ ਨੂੰ ਕੋਈ ਤੰਗੀ ਨਾ ਹੋਵੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਨੇ ਬੜਾ ਵੱਡਾ ਧੁਰਵਾ ਬੰਨਿਆ ਸਾਂਝੀਵਾਲਤਾ ਦਾ। ਸ੍ਰੀ ਹਰਗੋਬਿੰਦਪੁਰਾ ਪਿੰਡ ਵਸਾਇਆ, ਮਸੀਤ ਪਹਿਲਾਂ ਬਣਵਾਈ। ਹੈ ਕੋਈ ਦੂਜੇ ਧਰਮ ਦਾ ਸਥਾਨ ਬਣਾਵੇ? ਅੱਜ ਵੀ ਉਹ ਮਸੀਤ ਉੱਦਾਂ ਹੀ ਖੜੀ ਹੈ। ਮੁਸਲਮਾਨ ਵੀਰ ਸਨ 47 ਚਲੇ ਗਏ ਸਨ। ਲੋਕਾਂ ਨੇ ਉਸ ਮਸੀਤ 'ਚ ਡੰਗਰ ਬੰਨਣੇ ਸ਼ੁਰੂ ਕਰ ਦਿੱਤੇ। ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਮਹਾਂਪੁਰਸ਼ਾਂ ਨੇ ਸਮਝਾਇਆ ਵੀ ਭਾਈ ਗੁਰੂ ਸਾਹਿਬ ਦੀ ਨਿਸ਼ਾਨੀ ਇੱਦਾਂ ਬਰਬਾਦ ਨਾ ਕਰੋ। ਉਹਨਾਂ ਲੋਕਾਂ ਨੇ ਬਚਨ ਮੰਨ ਲਿਆ। ਨਿਸ਼ਾਨ ਸਾਹਿਬ ਲੱਗ ਗਿਆ, ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰ ਦਿੱਤਾ ਵੀ ਧਰਮ ਸਥਾਨ ਹੈ। ਜੇ ਮੁਸਲਮਾਨ ਵੀਰ ਨਹੀਂ ਰਹੇ ਤਾਂ ਗੁਰੂ ਸਾਹਿਬ ਦੀ ਨਿਸ਼ਾਨੀ ਤਾਂ ਕਾਇਮ ਰਵੇ। ਮਸੀਤ ਉੱਦਾਂ ਹੀ ਹੈ, ਉਹਨੂੰ ਗੁਰੂ ਕੀ ਮਸੀਤ ਕਹਿੰਦੇ ਹਨ। ਇੱਥੋਂ ਇਹ ਪ੍ਰੇਰਣਾ ਮਿਲੀ ਵੀ ਗੁਰੂ ਘਰ ਮੁਸਲਮਾਨਾਂ ਦਾ ਵੈਰੀ ਨਹੀਂ, ਗੁਰੂ ਘਰ ਕਿਸੇ ਧਰਮ ਦਾ ਵੀ ਵੈਰੀ, ਬਲਕਿ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਲਈ ਮਸੀਤ ਬਣਾ ਕੇ ਦਿੱਤੀ। ਬੰਦਗੀ ਕਰੋ ਪਰਮੇਸ਼ਰ ਦੀ। ਮੁਸਲਮਾਨ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਸੇਖ ਫਰੀਦ ਜੀ ਵਰਗੇ ਮਹਾਂਪੁਰਸ਼ਾਂ ਦੀ ਬਾਣੀ। ਇਹ ਸਾਂਝੀਵਾਲਤਾ ਦਾ ਸਿਧਾਂਤ ਹੈ। ਗੁਰੂ ਕਲਗੀਧਰ ਪਾਤਸ਼ਾਹ ਔਰੰਗਜ਼ੇਬ ਨੂੰ ਜਿਹੜਾ ਜਫਰਨਾਮਾ ਲਿਖਿਆ, ਉਹਦੀ ਕਥਾ ਸੁਣਨ ਲਈ ਆਪਾਂ ਸਾਰੇ ਸਾਵਧਾਨ ਹੋ ਕੇ ਬੈਠੀਏ। ਮਹਾਰਾਜ ਆਪਣਾ ਪਰਿਵਾਰ ਵਾਰ ਕੇ ਦੀਨੇ ਪਿੰਡ ਪਹੁੰਚ ਗਏ ਹਨ। ਦੀਨਾ ਕਾਂਗੜ ਇਹ ਭਾਈ ਜੋਧ ਰਾਏ ਹੋਇਆ, 6ਵੇਂ ਪਾਤਸ਼ਾਹ ਦੇ ਸਮੇਂ ਗੁਰੂ ਕਾ ਸਿੱਖ ਹੋਇਆ। ਜੋਧ ਰਾਏ ਦਾ ਪੋਤਰਾ ਚੌਧਰੀ ਸ਼ਮੀਰ ਹੋਇਆ, ਜਿਹਦੇ ਕੋਲ 10ਵੇਂ ਪਾਤਸ਼ਾਹ ਜਾ ਡੇਰਾ ਲਾਇਆ। ਜੋਧ ਰਾਏ 1000 ਫੌਜ ਦੇ ਨਾਲ ਮਹਾਰਾਜ ਦੀ ਜੰਗ ਵਿੱਚ ਸ਼ਾਮਲ ਹੋਇਆ ਸੀ। ਜਦੋਂ ਭਾਈ ਬਿਧੀ ਚੰਦ ਘੋੜੇ ਲਿਆਇਆ ਸੀ ਕੱਢ ਕੇ ਲਾਹੌਰ ਤੋਂ, ਦੂਜਾ ਘੋੜਾ ਜਦੋਂ ਲਿਆਇਆ ਸੀ ਨਾ 10 ਆਇਆ ਸੀ, ਕਿਉਂਕਿ ਪਹਿਲਾ ਘੋੜਾ ਤੇ ਘਾਈ ਬਣ ਕੇ ਲਿਆਂਦਾ ਤੇ ਦੂਜਾ ਘੋੜਾ ਜੋਤਸ਼ੀ ਬਣ ਕੇ ਲਿਆਂਦਾ। ਜਦੋਂ ਜੋਤਸ਼ੀ ਬਣਿਆ ਭਾਈ ਬਿਧੀ ਚੰਦ ਤੇ ਬਾਦਸ਼ਾਹ ਨੇ ਆਖਿਆ, ਜੇ ਜੋਤਸ਼ੀਆ ਤੂੰ ਦੱਸ ਦੇਂਗਾ ਨਾ ਤੈਨੂੰ ਮੂੰਹ ਮੰਗਿਆ ਇਨਾਮ ਦਿਆਂਗੇ। ਇਤਿਹਾਸ ਵਿੱਚ ਲਿਖਿਆ ਇਨਾਮ ਵਧਾਉਂਦਿਆਂ 4 ਲੱਖ ਤੱਕ ਪਹੁੰਚ ਗਿਆ ਸੀ ਬਾਦਸ਼ਾਹ। ਇੰਨਾ ਇਨਾਮ ਦੱਸਣ ਦਾ। ਭਾਈ ਸਾਹਿਬ ਕਹਿੰਦੇ ਦੱਸਾਂਗਾ, ਲਿਆਣਾ ਮੇਰਾ ਕੰਮ ਨਹੀਂ, ਲੈ ਕੇ ਤੂੰ ਆਵੀਂ, ਜੇ ਤੇਰੇ 'ਚ ਤਾਕਤ ਹੋਈ ਲੈ ਆਵੀਂ, ਦੱਸ ਕੇ ਜਾਵਾਂਗਾ, ਇਹ ਮੇਰਾ ਜੋਤਿਸ਼। ਜਾਂਦਿਆਂ ਜਦੋਂ ਘੋੜਾ ਟਪਾਇਆ ਸੀ, ਦੂਜਾ ਉਹ ਲੰਮਾ ਇਤਿਹਾਸ ਹੈ, ਤੁਸੀਂ ਜਾਣਦੇ ਹੋ। ਭਾਈ ਸਾਹਿਬ ਦੱਸ ਕੇ ਆਏ ਸਨ ਵੀ ਘੋੜੇ ਦੇ ਮਾਲਕ 6ਵੇਂ ਪਾਤਸ਼ਾਹ। ਪਹਿਲਾ ਘੋੜਾ ਮੈਂ ਘਾਈ ਬਣ ਕੇ ਲੈ ਗਿਆ ਸੀ, ਬਿਧੀ ਚੰਦ ਮੇਰਾ ਨਾਂ ਹੈ, ਪਿੰਡ ਮੇਰਾ ਚੀਨਾ ਸੁਰ ਸਿੰਘ, ਤੇ ਮੈਂ ਹੁਣ ਦੂਜਾ ਘੋੜਾ ਵੀ ਲੈ ਚੱਲਿਆ ਹਾਂ। ਤੇ ਸਾਧ ਸੰਗਤ ਜੀ ਲੈ ਕੇ ਆਇਆ ਸੀ ਮਾਲਵੇ ਦੇਸ਼ ਵਿੱਚ। ਉਦੋਂ ਡਰੌਲੀ ਸਨ ਪਾਤਸ਼ਾਹ। ਤੇ ਫਿਰ ਜੋਧ ਰਾਏ ਕੋਲ ਪਹੁੰਚੇ। ਜੋਧ ਰਾਏ ਦੀ ਘਰਵਾਲੀ ਮਾਈਆਂ ਦੇ ਸੁਣਨ ਵਾਲੀ ਗੱਲ ਹੈ। ਅੱਜ ਕੱਲ੍ਹ ਮਾਈਆਂ ਪੜ੍ਹ ਲਿਖ ਕੇ ਸਮਝਦੀਆਂ, ਬਹੁਤ ਸਿਆਣੀਆਂ ਬਣ ਗਈਆਂ। ਪੁਰਾਣੀਆਂ ਮਾਈਆਂ ਨੂੰ ਐਵੇਂ ਹੀ ਸਮਝਦੀਆਂ, ਅਨਪੜ੍ਹ ਮਾਈ। ਜੋਧ ਰਾਏ ਦੀ ਘਰਵਾਲੀ ਅੱਜ ਤੋਂ 450 ਸਾਲ ਪੁਰਾਣੀ ਗੱਲ ਜੇ, 400 ਸਾਲ। ਉਸ ਜ਼ਮਾਨੇ 'ਚ ਮਾਈਆਂ ਬੀਬੀਆਂ ਬਹੁਤੀਆਂ ਪੜ੍ਹੀਆਂ ਨਹੀਂ ਸਨ ਹੁੰਦੀਆਂ, ਪਰ ਸਿਆਣੀਆਂ ਬੜੀਆਂ ਹੁੰਦੀਆਂ ਸੀ। ਇੱਕ ਕਹਿਣ ਦੀ ਥਾਲੀ ਹੁੰਦੀ ਹੈ ਕਾਂਸ਼ੀ ਦੀ, ਪੁਰਾਣੇ ਬਜ਼ੁਰਗਾਂ ਨੂੰ ਪਤਾ, ਨਵੇਂ ਬੱਚਿਆਂ ਨੂੰ ਸ਼ਾਇਦ ਦੱਸਣਾ ਪਵੇ। ਉਹ ਜਿਹੜੀ ਕਹਿਣ ਦੀ ਥਾਲੀ ਹੁੰਦੀ ਹੈ, ਉਹ ਕਹਿਣ ਦੀ ਥਾਲੀ 'ਚ ਚਣੇ ਪਾਏ, ਛੋਲੇ ਆਪਾਂ ਕਹਿ ਦਿੰਦੇ ਹਾਂ, ਉਹ ਚਣੇ ਪਾ ਕੇ ਨਾ ਸੁੱਕੇ, ਤੇ ਉਹਨੇ ਜ਼ਮੀਨ 'ਤੇ ਰੱਖ ਦਿੱਤੇ ਤੇ ਕੰਨ ਲਾ ਲਿਆ ਉਹਦੇ ਨਾਲ। ਉਸ ਮਾਈ ਨੇ ਜ਼ਮੀਨ ਦੀ ਧੜਕਣ ਮਹਿਸੂਸ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ, ਮਹਾਰਾਜ ਲਗਭਗ 30-40 ਹਜ਼ਾਰ ਫੌਜ ਲਾਹੌਰ ਤੋਂ ਤੁਰ ਪਈ ਹੈ ਅਤੇ ਘੋੜਿਆਂ ਦੀ ਇੰਨੀ ਧਮਕ ਪੈ ਰਹੀ ਹੈ, ਉਹ ਇੱਥੇ ਆਉਣ ਵਾਲੇ ਹਨ ਕੱਲ੍ਹ ਤੱਕ। 200 ਮੀਲ ਦੂਰ ਸੀ। ਉਸ ਮਾਈ ਦੀ ਵਿੱਦਿਆ ਦੇਖੋ। ਉਹ ਜੋਧ ਰਾਏ ਦੀ ਘਰਵਾਲੀ ਅਤੇ ਚੌਧਰੀ ਸ਼ਮੀਰ ਦੀ ਦਾਦੀ ਸੀ, ਜਿਹਦਾ ਪੋਤਰਾ ਚੌਧਰੀ ਸ਼ਮੀਰ 10ਵੇਂ ਪਾਤਸ਼ਾਹ ਨੂੰ ਆ ਕੇ ਅੱਗੋਂ ਦੀ ਮਿਲਿਆ। ਕਹਿਣ ਲੱਗਾ, ਉਹ ਮੇਰੇ ਪਿੰਡ ਪਾਤਸ਼ਾਹ ਚਰਨ ਪਾਓ। ਗੁਰਸਿੱਖੀ ਉਹਨਾਂ ਦੇ ਪਰਿਵਾਰ ਵਿੱਚ ਸੀ, ਸ਼ਰਧਾ ਸੀ ਬਹੁਤ। ਸ਼ਮੀਰ, ਲਖਮੀਰ ਅਤੇ ਤਖਤ ਮੱਲ 3 ਭਰਾ ਸਨ। ਤਿੰਨੇ ਭਰਾਵਾਂ ਦਾ ਆਪਸ ਵਿੱਚ ਬਾਹਲਾ ਪਿਆਰ ਸੀ ਔਰ ਗੁਰੂ ਘਰ 'ਤੇ ਬਹੁਤ ਸ਼ਰਧਾ ਸੀ। ਗੁਰੂ ਸਾਹਿਬ ਨੂੰ ਤਖਾਣਾ ਦੇ ਚੁਬਾਰੇ ਵਿੱਚ ਨਿਵਾਸ ਕਰਾਇਆ, ਆਪਣੇ ਘਰ ਨਹੀਂ, ਕਿਉਂਕਿ ਉਹ ਸਮਾਂ ਐਸਾ ਸੀ ਵੱਡੇ ਲੋਕਾਂ 'ਤੇ ਨਿਗਾਹ ਬੜੀ ਰੱਖਦੀ ਸੀ ਸਰਕਾਰ। ਵੱਡੇ ਘਰਾਂ ਵਿੱਚ ਜ਼ਿਆਦਾ ਵੀ ਇੱਥੇ ਗੁਰੂ ਸਾਹਿਬ ਆਉਣ ਜਾਂ
ਗੁਪਤ ਇੱਕ ਜਗ੍ਹਾ ਤੇ ਗੁਪਤ ਆਸਣ ਲਵਾਤਾ। ਕੱਚਾ ਚੁਬਾਰਾ ਸੀ ਜਿਹਦੇ 'ਚ ਸੱਚੇ ਪਾਤਸ਼ਾਹ ਲਗਭਗ 3 ਮਹੀਨੇ ਠਹਿਰੇ ਹਨ। ਸ਼ਮੀਰ ਦੇ ਨਾ ਪਿੰਡ ਟਖਾਣਾ ਦੇ ਚੁਬਾਰੇ 'ਚ 10ਵੇਂ ਪਾਤਸ਼ਾਹ ਬੈਠੇ ਨੇ। ਜਿਹੜੇ ਖਾਸ ਪ੍ਰੇਮੀ ਸਿੱਖਾਂ ਨੂੰ ਬਿੜਕ ਪੈਂਦੀ ਹੈ ਉਹ ਆਉਂਦੇ ਨੇ, ਪਹਿਲਾਂ ਚੌਧਰੀ ਸ਼ਮੀਰ ਨੂੰ ਮਿਲਦੇ ਨੇ। ਚੌਧਰੀ ਸ਼ਮੀਰ ਗੁਰੂ ਸਾਹਿਬ ਦੇ ਦਰਸ਼ਨ ਪੁੱਛ ਕੇ ਕਰਾਉਂਦਾ ਵੀ ਮਹਾਰਾਜ ਫਲਾਣੇ ਪਿੰਡ ਵਾਲੀ ਸੰਗਤ ਮਿਲਣਾ ਚਾਹੁੰਦੀ ਆ। ਮਹਾਰਾਜ ਆ ਬੁਲਾ ਲੈਂਦੇ ਨੇ। ਉੱਥੇ ਹੀ ਭਾਈ ਰੂਪਾ, ਸੁਣਿਆ ਹੋਏਗਾ ਤੁਸੀਂ ਨਾਮ, ਇਹ 6ਵੇਂ ਪਾਤਸ਼ਾਹ ਦਾ ਸਿੱਖ ਹੋਇਆ। ਭਾਈ ਸਾਧੂ ਦਾ ਪੁੱਤਰ, ਦੋਵੇਂ ਪਿਓ ਪੁੱਤਰ ਲੱਕੜਾਂ ਕੱਟਣ ਗਏ ਸਨ। ਪਾਣੀ ਦੀ ਛਾਂਗਲ ਲੈ ਕੇ ਜੰਡ ਨਾਲ ਪਾਣੀ ਦੀ ਛਾਂਗਲ ਟੰਗ ਦਿੱਤੀ। ਗਰਮੀ ਬੜੀ ਸੀ। ਜਦੋਂ ਪਾਣੀ ਪੀਣ ਲੱਗੇ, ਠੰਡਾ ਪਾਣੀ ਵੇਖ ਕੇ ਪੁੱਤਰ ਕਹਿੰਦਾ ਬਾਪੂ ਪਾਣੀ ਬੜਾ ਠੰਡਾ ਹੈ, ਇਹ ਪਾਣੀ ਆਪਣੇ ਗਰੀਬਾਂ ਦੇ ਪੀਣ ਵਾਲਾ ਨਹੀਂ, ਇਹਦੇ ਸੱਚੇ ਪਾਤਸ਼ਾਹ ਜੀ ਦੇ ਪੀਣ ਵਾਲਾ ਪਾਣੀ ਹੈ। ਤੇ ਬਾਪੂ ਵੀ ਕਹਿਣ ਲੱਗਾ ਪੁੱਤਰ ਜੇ ਸੱਚੇ ਪਾਤਸ਼ਾਹ ਦੇ ਪੀਣ ਵਾਲਾ ਤੇ ਆਪਾਂ ਉਡੀਕ ਲੈਂਦੇ ਹਾਂ ਸੱਚੇ ਪਾਤਸ਼ਾਹ ਨੂੰ। ਘੜੀ ਕੁ ਪਿੱਛੋਂ ਫਿਰ ਤ੍ਰੇਹ ਲੱਗੀ, ਫਿਰ ਹੱਥ ਲਾਇਆ, ਫਿਰ ਪਿੱਛੇ ਹਟ ਗਏ। ਤੇ ਉਧਰ ਸੱਚੇ ਪਾਤਸ਼ਾਹ ਜਾਣੀ ਜਾਣ ਡਰੌਲੀ ਭਾਈ ਕਿ ਉੱਥੋਂ 60 ਮੀਲ ਦੂਰ ਬੈਠੇ ਸਨ। ਸੇਵਾਦਾਰ ਨੂੰ ਕਹਿਣ ਲੱਗੇ ਘੋੜਾ ਲਿਆਓ ਫਟਾਫਟ। ਘੋੜਾ ਲਿਆਂਦਾ, ਇਕੱਲੇ ਹੀ ਬਹਿ ਕੇ ਤੁਰ ਪਏ ਸੱਚੇ ਪਾਤਸ਼ਾਹ। ਭਾਈ ਬਿਧੀ ਚੰਦ, ਭਾਈ ਪੈਂਦੇ ਖਾਨ, ਹੋਰ ਜਿਹੜੇ ਯੋਧੇ ਸਨ ਉਹ ਪਿੱਛੋਂ ਆਏ। ਸਤਿਗੁਰੂ ਜੀ ਇਕੱਲੇ ਹੀ ਜੰਗਲ 'ਚ ਆ ਕੇ ਆਵਾਜ਼ ਮਾਰੀ, ਉਹ ਭਾਈ ਰੂਪ ਚੰਦ ਲਿਆਓ ਪਾਣੀ ਪਿਆਓ ਸਾਨੂੰ। ਉਸ ਭਾਈ ਰੂਪੇ ਦੇ ਪੋਤਰੇ ਸਨ ਪਰਮ ਸਿੰਘ ਔਰ ਧਰਮ ਸਿੰਘ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਦੀ ਬਖਸ਼ਿਸ਼ ਸੀ। ਉਹ ਪਰਿਵਾਰ ਗੁਰੂ ਕਾ ਪਰਿਵਾਰ ਸੀ। ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਦੋਵੇਂ ਭਰਾ। ਗੁਰੂ 10ਵੇਂ ਪਾਤਸ਼ਾਹ ਦਾ ਪਤਾ ਲੱਗਾ ਵੀ ਦੀਨੇ ਕਾਂਗੜ ਆਏ ਨੇ। ਉੱਥੋਂ 8 ਮੀਲ ਦਾ ਪਿੰਡ ਹੈ, ਜਾਂ 8 ਕਿਲੋਮੀਟਰ ਕਹਿ ਲਓ, ਇੰਨਾ ਕੀ ਹੈ। ਦਾਸ ਨੇ 2-4 ਵਾਰੀ ਉਸ ਇਲਾਕੇ 'ਚ ਦਰਸ਼ਨ ਕੀਤੇ। ਤੁਹਾਡੇ 'ਚੋਂ ਵੀ ਹੋ ਸਕਦਾ ਕਈ ਪ੍ਰੇਮੀ ਉਸ ਇਲਾਕੇ ਦੇ ਪੇਤੀ ਹੋਣ। ਜਿਹੜੀ ਬਰਨਾਲੇ ਤੋਂ ਬਾਜਾਖਾਨੇ ਸੜਕ ਜਾਂਦੀ ਹੈ, ਉਸ ਸੜਕ ਦੇ ਉੱਤੇ ਭਾਈ ਭਗਤਾ ਪਿੰਡ ਹੈ। ਇੱਕ ਪਾਸੇ ਦੀਨਾ ਅਤੇ ਇੱਕ ਪਾਸੇ ਭਾਈ ਰੂਪੇ ਦਾ ਇਲਾਕਾ। ਉਹ ਦੋਵੇਂ ਭਰਾ 10ਵੇਂ ਪਾਤਸ਼ਾਹ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਸਤਿਗੁਰੂ ਮਹਾਰਾਜ ਚੁਬਾਰੇ 'ਚ ਬੈਠੇ ਸਨ। ਪਹਿਲਾਂ ਚੌਧਰੀ ਸ਼ਮੀਰ ਨੂੰ ਮਿਲੇ ਵੀ ਅਸੀਂ ਗੁਰੂ ਜੀ ਦਾ ਪਤਾ ਲੱਗਾ ਇੱਥੇ ਨੇ, ਦਰਸ਼ਨ ਕਰਨੇ। ਚੌਧਰੀ ਮਹਾਰਾਜ ਕੋਲ ਲੈ ਗਿਆ ਤੇ ਮੱਥਾ ਟੇਕਿਆ, ਬੜਾ ਬੈਰਾਗ ਕਰਨ ਲੱਗ ਪਏ। ਮਹਾਰਾਜ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਕਿੱਥੇ ਤੇ ਕੱਚਾ ਚੁਬਾਰਾ ਕਿੱਥੇ। ਮਹਾਰਾਜ ਸਾਹਿਬਜ਼ਾਦਿਆਂ ਦੀ ਬੜੀ ਦੁੱਖ ਭਰੀ ਖਬਰ ਸੁਣੀ ਹੈ, ਬੜਾ ਅਫਸੋਸ ਹੈ। ਮਹਾਰਾਜ ਕਹਿੰਦੇ ਭਾਈ ਧਰਮ ਸਿੰਘ, ਭਾਈ ਪਰਮ ਸਿੰਘ, ਜੋ ਪਰਮੇਸ਼ਰ ਦਾ ਭਾਣਾ ਉਹ ਕਿਸੇ ਤੋਂ ਮਿਟਦਾ ਨਹੀਂ, ਅਟਲ ਹੁਕਮ। ਧਰਮ ਸਿੰਘ ਬੈਠਾ ਬੈਠਾ ਸੋਚਣ ਲੱਗ ਪਿਆ ਵੀ ਅਸੀਂ ਇਹਨਾਂ ਨੂੰ ਗੁਰੂ ਮੰਨਦੇ ਹਾਂ। ਕਹਿੰਦੇ ਲੋਕ ਪਰਲੋਕ ਦੇ ਰਾਖੇ ਨੇ, ਹਲਤ ਪਲਤ ਸਵਾਰਨ ਵਾਲੇ ਨੇ, ਤੇ ਆਪਣਾ ਇੱਕ ਪੁੱਤਰ ਵੀ ਨਹੀਂ ਬਚਾ ਸਕੇ, ਸਾਡਾ ਕਿਵੇਂ ਬਚਾਅ ਕਰਨਗੇ। ਇਸ ਮਨ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕੀ ਆ ਜਾਣਾ ਹੈ। ਡਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਤੋਂ। ਮੇਰੇ ਮਾਲਕ ਮਿਹਰ ਕਰ, ਦਇਆ ਕਰ, ਰਹਿਮ ਕਰ, ਤਰਸ ਕਰ। ਸਾਡੀ ਬਿਰਤੀ ਤੇਰੇ ਚਰਨਾਂ 'ਚ ਲੱਗੀ ਰਹੇ, ਸਿਰ ਝੁਕਿਆ ਰਹੇ, ਕੋਈ ਸ਼ੰਕਾ ਨਾ ਪਵੇ। ਮਨ ਵਿੱਚ ਸ਼ੰਕਾ ਆ ਗਿਆ ਵੀ ਗੁਰੂ ਸਮਰੱਥ ਨੇ, ਪਰ ਆਪਣਾ ਪੁੱਤਰ ਕਿਉਂ ਨਹੀਂ ਬਚਾਇਆ। ਇੱਕ ਤਾਂ ਬਚਾ ਲੈਂਦੇ 4 'ਚੋਂ। ਚਲੋ ਗੁਰੂ ਸਾਹਿਬ ਤੋਂ ਪੁੱਛਿਆ ਨਹੀਂ। ਉਹਦਾ ਅਫਸੋਸ ਕਰਕੇ ਉੱਠ ਕੇ ਵਾਪਸ ਪਿੰਡ ਨੂੰ ਚੱਲ ਪਏ। ਦੋਵਾਂ ਭਰਾਵਾਂ ਨੇ ਮਹਿਸੂਸ ਕੀਤਾ ਵੀ ਗੁਰੂ ਜੀ ਦੇ ਕੋਲ ਰੋਜ਼ ਸਿੱਖ ਮਿਲਣ ਆਉਂਦੇ ਨੇ ਤੇ ਮਹਾਰਾਜ ਆਪ ਕਿਸੇ ਦੇ ਘਰ ਬੈਠੇ ਨੇ। ਪ੍ਰਸ਼ਾਦਾ ਸ਼ਮੀਰ ਦੇ ਘਰੋਂ ਆਉਂਦਾ ਸੀ ਸਤਿਗੁਰਾਂ ਦਾ, ਤੇ ਚੌਧਰੀ ਸ਼ਮੀਰ ਦੇ ਘਰੋਂ ਜਿਹੜੀ ਰੋਟੀ ਆਉਂਦੀ ਮਹਾਰਾਜ ਆਪ ਤਾਂ ਛਕ ਲੈਂਦੇ। ਆਏ ਗਏ ਸਿੱਖਾਂ ਵਾਸਤੇ ਮਹਾਰਾਜ ਨੂੰ ਮਹਿਸੂਸ ਹੁੰਦਾ ਵੀ ਭੁੱਖੇ ਜਾਂਦੇ ਨੇ। ਤੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕੜਛਾ ਦਿੱਤਾ ਸੀ ਵੀ ਲੰਗਰ ਚਲਾਓ। ਉਹ ਕੜਛਾ ਉਹਨਾਂ ਦੇ ਪਰਿਵਾਰ ਕੋਲ, ਲੰਗਰ ਚਲਾਓ। ਅਸੀਂ ਗੁਰੂ ਕਾ ਲੰਗਰ ਚਲਾਉਂਦੇ ਹਾਂ ਤੇ ਗੁਰੂ ਦੇ ਕੋਲ ਕਿਉਂ ਨਾ ਚਲਾਈਏ। ਕੱਲ੍ਹ ਨੂੰ ਆਪਾਂ ਗੱਡੇ 'ਤੇ ਲੰਗਰ ਲੈ ਕੇ ਆਉਣਾ। ਦੋਵਾਂ ਭਰਾਵਾਂ ਨੇ ਸਲਾਹ ਕਰ ਲਈ। ਉੱਥੋਂ 8 ਮੀਲ ਹੈ। ਘਰ ਚਲੇ ਗਏ। ਰਾਤ ਨੂੰ ਭਾਈ ਆਣੀਆਂ, ਬੀਬੀਆਂ ਨੂੰ ਭਾਈ ਆਣੀਆਂ ਕਹਿੰਦੇ। ਉੱਥੇ ਭਾਈ ਦੇ ਪਰਿਵਾਰ ਦੀਆਂ, ਭਾਈ
ਰੂਪੇ ਦੇ ਪ੍ਰਵਾਨ। ਭਾਈ ਆਣੀਆਂ ਨੂੰ ਬੇਨਤੀ ਕੀਤੀ, ਮਾਈਆਂ ਬੀਬੀਆਂ ਨੇ ਦਾਲਾਂ ਤੇ ਪ੍ਰਸ਼ਾਦੇ ਸਵੇਰੇ ਸਵੇਰੇ ਹੀ ਤਿਆਰ ਕਰਤੇ। ਗੱਡੇ ਤੇ ਲੱਦ ਕੇ ਦੋਵੇਂ ਭਰਾ ਫਿਰ ਤੁਰ ਪਏ। 10ਵੇਂ ਪਾਤਸ਼ਾਹ ਕੋਲ ਜਾ ਕੇ ਦੀਨੇ ਕਾਂਗੜ ਪ੍ਰਸ਼ਾਦਾ ਭੇਟਾ ਕਰਾਂਗੇ ਤੇ ਉੱਥੇ ਮਹਾਰਾਜ ਕਲਗੀਧਰ ਜੀ ਦੇ ਨਾਲ ਜਿਹੜੇ ਆਏ ਪ੍ਰੇਮੀ ਸਿੰਘ ਮਿਲਣ ਆਉਂਦੇ ਉਹ ਪ੍ਰਸ਼ਾਦਾ ਛਕ ਲੈਣਗੇ। ਇੱਦਾਂ ਰੋਜ਼ ਲੈ ਚੱਲਿਆ ਕਰਾਂਗੇ। ਆਪਣੇ ਪਿੰਡੋਂ ਲੰਗਰ ਲੈ ਕੇ ਪਰਮ ਸਿੰਘ ਜਿਹੜਾ ਸੀ ਉਹ ਗੱਡੇ ਦੇ ਉੱਤੇ ਬਲਦਾਂ ਨੂੰ ਹੱਕਦਾ ਲੈ ਗਿਆ ਅਗਾਂਹ ਨੂੰ, ਤੇ ਧਰਮ ਸਿੰਘ ਪੈਦਲ ਪਿੱਛੇ ਤੁਰਦਾ, ਉਹ ਪਿੱਛੇ ਰਹਿ ਗਿਆ। ਪਿੰਡਾਂ 'ਚ ਕੱਚੀ ਸੜਕ ਨੂੰ ਗੋਰ ਕਹਿੰਦੇ ਹਨ। ਕੱਚੀ ਬਹੀ ਜਿਹੜੀ ਹੁੰਦੀ ਹੈ, ਉਹ ਬੀਹ ਦੇ ਵਿੱਚ ਕੱਚੀ ਸੜਕ ਦੇ ਗੋਰੇ ਗੋਰੇ ਜਾ ਰਿਹਾ ਤੇ ਅਗਲਾ ਗੱਡਾ ਦੂਰ ਲੰਘ ਗਿਆ ਭਰਾ ਵਾਲਾ, ਆਪ ਪੈਦਲ। ਇੱਦਾਂ ਮਹਿਸੂਸ ਹੋਇਆ ਧਰਮ ਸਿੰਘ ਨੂੰ ਵੀ ਪਿੱਛੇ ਕੋਈ ਬੰਦਾ ਤੁਰਿਆ ਆਉਂਦਾ। ਮੁੜ ਕੇ ਦੇਖਿਆ ਕੋਈ 4-5 ਕਿੱਲੇ ਦੀ ਵਾਟ ਤੇ ਪਿੱਛੋਂ ਇੱਕ ਸਿੰਘ ਤਿਆਰ ਪਰ ਤਿਆਰ ਸ਼ਸਤਰਧਾਰੀ ਬਾਣੇ ਵਿੱਚ ਆ ਰਿਹਾ ਨੀਲੇ 'ਚ। ਇਹ ਗੁਰੂ ਕਾ ਸਿੰਘ ਹੀ ਲੱਗਦਾ, ਗੁਰੂ ਕੋਲ ਹੀ ਜਾ ਰਿਹਾ। ਖੜ ਕੇ ਦੇਖਣ ਲੱਗ ਪਿਆ ਧਰਮ ਸਿੰਘ ਵੀ, ਚਲੋ ਆਉਂਦਾ ਤੇ ਆਪਾਂ ਇਕੱਠੇ ਦੋਵੇਂ ਤੁਰ ਕੇ ਇਕੱਠੇ ਜਾਵਾਂਗੇ ਮਹਾਰਾਜ ਕੋਲ, ਫਤਿਹ ਸਾਂਝੀ ਕਰਾਂਗੇ। ਜਦੋਂ ਉਹ ਦੇਖਣ ਲੱਗ ਪਿਆ ਤੇ ਇਨਸਾਨ ਦੀ ਅੱਖ ਝਮਕਦੀ ਹੈ, ਸਾਰਿਆਂ ਦੀ ਅੱਖ ਝਮਕੀ ਤਾਂ ਉਹਦਾ ਨੀਲਾ ਬਾਣਾ ਪੀਲੇ ਰੰਗ ਦਾ ਹੋ ਗਿਆ। ਫਿਰ ਅੱਖ ਝਮਕੀ ਦਾ ਬਾਣਾ ਚਿੱਟਾ ਹੋ ਗਿਆ। ਫਿਰ ਅੱਖ ਝਮਕੀ ਲਾਲ ਹੋ ਗਿਆ। ਅੱਖ ਝਮਕੀ ਫਿਰ ਨੀਲਾ ਹੋ ਗਿਆ। ਇਹ ਕੀ ਹੋ ਰਿਹਾ? ਇਹ ਤਾਂ ਕੋਈ ਅਚਰਜ ਗੱਲ ਹੈ ਜਿਹੜੀ ਆਮ ਇਨਸਾਨ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇਹ ਕੋਈ ਸ਼ਕਤੀ ਹੈ, ਕੋਈ ਅਜੀਬ ਚੀਜ਼ ਹੈ। ਜਿਹੜਾ ਇਹ ਬੰਦਾ ਆ ਰਿਹਾ, ਇਹਨੇ ਨੂੰ ਸਿੰਘ ਨੇੜੇ। ਫਤਿਹ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਨੇ ਫਤਿਹ ਦਾ ਜਵਾਬ ਫਤਿਹ 'ਚ ਦਿੱਤਾ। ਪੁੱਛਿਆ, ਭਾਈ ਸਾਹਿਬ ਆਪ ਜੀ ਗੁਰੂ ਸਾਹਿਬ ਕੋਲ ਜਾ ਰਹੇ ਹੋ? ਮਹਾਰਾਜ ਕੋਲ ਮੈਂ ਵੀ ਜਾਣਾ ਸੀ, ਮੈਂ ਸੋਚਿਆ ਤੁਹਾਨੂੰ ਨਾਲ ਲੈ ਕੇ ਚੱਲਾਂ, ਪਰ ਆਪ ਜੀ ਕੋਲੋਂ ਇੱਕ ਦੋ ਬਚਨ ਪੁੱਛਣੇ ਆ। ਆਪ ਜੀ ਕੋਈ ਗੁਰੂ ਦੇ ਪਿਆਰੇ ਅਜਮਤਵਾਨ ਸਿੰਘ ਜਾਪਦੇ ਹੋ। ਕੌਣ ਹੋ ਤੁਸੀਂ? ਕਿੱਥੋਂ ਆਏ ਹੋ? ਕਿੱਥੇ ਜਾ ਰਹੇ ਹੋ? ਉਹ ਸਿੰਘ ਕਹਿਣ ਲੱਗਾ, ਮੈਂ ਸ਼ਹੀਦ ਸਿੰਘ ਹਾਂ, ਸਤਿਗੁਰਾਂ ਦੀ ਸ਼ਹੀਦੀ ਫੌਜ ਵਿੱਚ ਰਹਿੰਦਾ ਹਾਂ, ਸਤਿਗੁਰਾਂ ਕੋਲ ਹੀ ਜਾ ਰਿਹਾ ਹਾਂ, ਉਹਨਾਂ ਦੇ ਹੁਕਮ ਵਿੱਚ ਹੀ ਵਿਚਰੀਦਾ ਹੈ, ਜਿੱਥੇ ਭੇਜਦੇ ਨੇ ਚਲੇ ਜਾਈਦਾ। ਤੁਹਾਡੇ ਕੋਲ ਭੇਜਿਆ ਆ ਗਏ। ਤੁਸੀਂ ਸ਼ਹੀਦ ਸਿੰਘ ਹੋ, ਤੁਸੀਂ ਤਾਂ ਬਹੁਤ ਕੁਝ ਜਾਣਦੇ ਹੋ। ਮੇਰਾ ਸ਼ੰਕਾ ਮੇਟੋ ਵੀ ਗੁਰੂ ਗੋਬਿੰਦ ਸਿੰਘ ਇੰਨੇ ਸਮਰੱਥ ਅਸੀਂ ਸਮਝਦੇ ਹਾਂ ਵੀ ਸਭ ਕੁਝ ਕਰਨ ਜੋਗੇ ਹਨ, ਪਰ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਬਚਾ ਸਕੇ? ਆਪਣਾ ਇੱਕ ਬੱਚਾ ਹੀ ਬਚਾ ਲੈਂਦੇ। ਮੇਰੇ ਕੱਲ੍ਹ ਦਾ ਇਹ ਸ਼ੰਕਾ ਮੈਨੂੰ ਖਾਈ ਜਾਂਦਾ। ਉਹ ਸਿੰਘ ਸ਼ਹੀਦ ਬੋਲਿਆ, ਕਹਿੰਦਾ ਤੈਨੂੰ ਸਾਰੀ ਗੱਲ ਸਮਝ ਆ ਜਾਏਗੀ ਜੇ ਤੂੰ ਮੈਨੂੰ ਸਮਝ ਲਵੇਂ ਤਾਂ। ਮਹਾਰਾਜ ਤੁਹਾਨੂੰ ਕਿਵੇਂ ਸਮਝੀਏ? ਤੁਸੀਂ ਤਾਂ ਬੇਅੰਤ ਸ਼ਕਤੀਆਂ ਦੇ ਮਾਲਕ ਹੋ। ਕਹਿੰਦਾ ਨਹੀਂ, ਅਜੇ ਤੂੰ ਮੈਨੂੰ ਹੋਰ ਦੇਖ ਲੈ ਥੋੜ੍ਹਾ ਜਿਹਾ। ਉਹਨੇ ਆਪਣਾ ਬੈਰਾਟ ਰੂਪ ਧਾਰਨ ਕੀਤਾ, ਸਿਰ ਆਕਾਸ਼ ਨੂੰ ਜਾ ਲੱਗਾ। ਇੱਦਾਂ ਬਾਹਾਂ ਪਸਾਰੀਆਂ ਜਿਵੇਂ ਪੂਰੇ ਪੰਜਾਬ ਦੇ ਉੱਤੇ ਖਿਲਰ ਗਈਆਂ ਹੋਣ। ਬਹੁਤ ਵੱਡਾ ਰੂਪ ਵੇਖ ਕੇ ਧਰਮ ਸਿੰਘ ਕਹਿੰਦਾ, ਮਹਾਰਾਜ ਕਿਰਪਾ ਕਰੋ, ਪਹਿਲੇ ਰੂਪ 'ਚ ਹੀ ਆਓ। ਉਹ ਫਿਰ ਪਹਿਲੇ ਰੂਪ 'ਚ ਆ ਗਿਆ। ਕਹਿਣ ਲੱਗਾ, ਮੇਰੇ ਵਰਗੇ ਗੁਰੂ ਕੋਲ 96 ਕਰੋੜ ਹਨ ਸ਼ਹੀਦ ਸਿੰਘ, ਮੇਰੇ ਵਰਗੇ। 5000 ਸੋ ਖਾਸ ਕੀ ਨਿਤ ਰਹਿ ਸਵਾਰੀ। 5000 ਤਾਂ ਪਲੰਘ ਦੇ ਪੈਰੇ ਤੇ ਰਹਿੰਦੇ ਆ, ਮਹਾਰਾਜ ਦੇ ਪਲੰਘ ਦੇ ਨੇੜੇ ਰਹਿੰਦੇ ਆ। 5000 ਸ਼ਹੀਦ ਸਿੰਘ ਹਰ ਵੇਲੇ। ਮੇਰੇ ਇਕੱਲੇ ਦੀ ਤਾਕਤ ਹੈ, ਮੈਂ ਪੂਰਾ ਹਿੰਦੁਸਤਾਨ, ਪੂਰੀ ਧਰਤੀ, ਸੂਰਜ ਚੰਦਰਮਾ ਮੁੱਠੀ 'ਚ ਲੈ ਕੇ ਮੀਚ ਕੇ ਮਸਲ ਕੇ ਸੁੱਟ ਸਕਦਾ, ਮੇਰੀ ਇਕੱਲੇ ਦੀ। ਬਾਕੀਆਂ ਦੀ ਤਾਕਤ ਕਿੰਨੀ ਹੈ ਤੂੰ ਅੰਦਾਜ਼ਾ ਲਾ ਲੈ। ਪਰ ਮਹਾਰਾਜ ਕਹਿੰਦੇ, ਭਾਣਾ ਮੰਨੋ, ਹੁਕਮ ਮੰਨੋ। ਅਸੀਂ ਹੁਕਮ ਦੇ ਬੱਧੇ ਦੇਖਦੇ ਰਹਿੰਦੇ ਹਾਂ, ਮਹਾਰਾਜ ਤੋਂ ਡਰਦੇ ਰਹਿੰਦੇ ਹਾਂ। ਸਾਹਿਬਜ਼ਾਦੇ ਕਿਤੇ ਮਰੇ ਨਹੀਂ, ਉਹ ਪ੍ਰਗਟ ਹੋਏ ਸਨ ਤੇ ਆਪਣੇ ਧਾਮ ਸੱਚਖੰਡ ਦੀ ਸਰਦਾਰੀ ਕਰ ਰਹੇ ਨੇ, ਉੱਥੇ ਰਾਜ ਕਰ ਰਹੇ ਨੇ। ਅਬ ਚਲ ਅਵਿਨਾਸੀ ਰਾਜ ਹੈ। ਜਿਹੜੀ ਚੀਜ਼ ਨੂੰ ਤੂੰ ਦੇਖਦਾ ਉਹ ਸੁਪਨਾ ਹੈ। ਗੁਰੂ ਦੀ ਖੇਡ ਨਿਆਰੀ ਹੈ, ਗੁਰੂ ਦੀ ਤਾਕਤ, ਗੁਰੂ ਦੀ ਸ਼ਕਤੀ ਅਚਰਜ ਹੈ।
ਧਰਮ ਸਿੰਘ ਦਾ ਸ਼ੰਕਾ ਮਿਟ ਗਿਆ। ਕਹਿਣ ਲੱਗਾ ਧੰਨ ਗੁਰੂ ਤੇ ਧੰਨ ਗੁਰੂ ਦੇ ਸ਼ਹੀਦ ਸਿੰਘ। ਗੁਰੂ ਕੋਲ ਆਏ, ਲੰਗਰ ਪਾਣੀ ਚੱਲਿਆ, ਸੰਗਤ ਆਉਣ ਲੱਗ ਪਈ। ਵਿਰਲੇ ਵਿਰਲੇ ਸਿੰਘ ਆਉਂਦੇ ਸਨ ਜਿਨ੍ਹਾਂ ਨੂੰ ਖਾਸ ਤੌਰ 'ਤੇ ਆਗਿਆ ਸੀ ਜਾਂ ਕਹਿ ਲਓ ਭੇਤ ਸੀ। ਹੋਰ ਉੱਥੇ ਸਾਰੇ ਨਹੀਂ ਸੀ ਆਉਂਦੇ। ਲੱਖੀ ਜੰਗਲ ਜਦੋਂ ਮਾਰੇ ਗਏ ਉਦੋਂ ਫਿਰ ਪ੍ਰਗਟ ਹੋ ਗਏ, ਸਾਰੇ ਖਾਲਸੇ ਨੂੰ ਖੁੱਲ੍ਹਾ ਸੱਦਾ ਦਿੱਤਾ। ਉੱਥੋਂ ਸੱਚੇ ਪਾਤਸ਼ਾਹ ਜੀ ਨੂੰ ਦਾ CID ਸੂਬੇ ਸਰਹੰਦ ਕੋਲ ਪਹੁੰਚ ਗਈ ਸੀ ਅਤੇ ਸੂਬੇ ਸਰਹੰਦ ਨੇ ਵੀ ਭਾਈ ਸ਼ਮੀਰ ਨੂੰ ਚਿੱਠੀ ਲਿਖੀ ਸੀ ਵੀ ਤੁਸੀਂ ਸਰਕਾਰ ਦੇ ਬੰਦੇ ਹੋ ਕੇ ਗੁਰੂ ਨੂੰ ਆਪਣੇ ਕੋਲ ਕਿਉਂ ਰੱਖਿਆ? ਬਾਗੀ ਹੈ ਗੁਰੂ ਸਰਕਾਰ ਦਾ, ਤੁਸੀਂ ਚੌਧਰੀ ਹੋ, ਸਾਡੀ ਰਈਅਤ ਹੋ, ਸਾਡੇ ਬੰਦੇ ਹੋ, ਗੁਰੂ ਨੂੰ ਆਪਣੇ ਘਰ ਰੱਖੀ ਬੈਠੇ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਸਾਡੇ ਹਵਾਲੇ ਕਰ ਦਿਓ। ਅੱਗੋਂ ਚੌਧਰੀ ਸ਼ਮੀਰ ਨੇ ਜਵਾਬ ਲਿਖਿਆ ਸੀ ਚਿੱਠੀ ਦਾ। ਹਾਲਾਂਕਿ ਉਹ ਬਹੁਤਾ ਵੱਡਾ ਅਮੀਰ ਆਦਮੀ ਨਹੀਂ ਸੀ, ਕੋਈ ਬਹੁਤੀਆਂ ਉਹਦੇ ਕੋਲ ਵਿਚਾਰੇ ਕੋਲ ਫੌਜਾਂ ਨਹੀਂ ਸੀ, ਕੋਈ ਬਹੁਤਾ ਤਗੜਾ ਰਾਠ ਨਹੀਂ ਸੀ, ਆਮ ਜ਼ਿਮੀਂਦਾਰ ਸੀ, 2-4 ਪਿੰਡਾਂ ਦਾ ਮਾਲਕ ਹੋਏਗਾ। ਉਹਨੇ ਸੂਬੇ ਨੂੰ ਲਿਖਿਆ ਸੀ, ਸੂਬਿਆ ਤੂੰ ਆਪਣੇ ਪੀਰ ਸਾਡੇ ਹਵਾਲੇ ਕਰ ਸਕਦਾ? ਜੇ ਅਸੀਂ ਆਖੀਏ ਵੀ ਜਿਨ੍ਹਾਂ ਪੀਰਾਂ ਨੂੰ ਤੂੰ ਮੰਨਦਾ ਹੈ ਉਹ ਪੀਰ ਫੜ ਕੇ ਸਾਡੇ ਹਵਾਲੇ ਕਰ ਦੇ, ਤੂੰ ਕਰੇਗਾ? ਜੇ ਤੂੰ ਨਹੀਂ ਕਰ ਸਕਦਾ ਅਸੀਂ ਆਪਣਾ ਪੀਰ ਤੇਰੇ ਹਵਾਲੇ ਕਿਵੇਂ ਕਰ ਦਈਏ? ਜੇ ਤੂੰ ਲੈਣਾ ਤਾਂ ਜੰਗ ਕਰਕੇ ਲੈ ਜਾ, ਅਸੀਂ ਲੜਾਂਗੇ, ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਗੁਰੂ ਗੋਬਿੰਦ ਸਿੰਘ ਤੇਰੇ ਹਵਾਲੇ ਨਹੀਂ ਕਰਾਂਗੇ। ਉਹਦਾ ਨਿਸ਼ਚਾ, ਉਹਦਾ ਪਿਆਰ, ਉਹਦੀ ਸ਼ਰਧਾ, ਉਹਦਾ ਵਿਸ਼ਵਾਸ ਸੀ ਗੁਰੂ ਕਲਗੀਧਰ ਪਾਤਸ਼ਾਹ ਉੱਤੇ। ਅਤੇ ਮਹਾਰਾਜ ਰੀਝ ਕੇ ਉਹਦੇ ਘਰ ਬੈਠੇ ਸਨ ਅਤੇ ਉੱਥੇ ਹੀ ਇੱਦਾਂ ਬੈਠੇ ਬੈਠੇ ਸੰਗਤ ਨਾਲ ਗੱਲਾਂ ਕਰਦੇ ਕਰਦੇ ਆਪਣੇ ਹੱਥ ਦੇ ਤੀਰ ਨਾਲ ਕਦੀ ਕਦੀ ਇੱਦਾਂ ਆਪਣੇ ਹੱਥ ਦੀ ਖੱਬੀ ਉਂਗਲੀ ਨੂੰ ਖੁਰਚਣ ਲੱਗ ਜਾਂਦੇ ਸਨ ਅਤੇ ਖੁਰਚਦਿਆਂ ਖੁਰਚਦਿਆਂ ਉਹਦੇ ਵਿੱਚੋਂ ਲਹੂ ਨਿਕਲ ਆਉਂਦਾ ਸੀ। ਉਹ ਜਦੋਂ ਲਹੂ ਨਿਕਲਿਆ ਤਾਂ ਧਰਮ ਸਿੰਘ ਕਹਿਣ ਲੱਗਾ, ਮਹਾਰਾਜ ਇਹ ਆਪ ਜੀ ਹਰ ਵੇਲੇ ਉਂਗਲ ਕਿਉਂ ਖੁਰਚਦੇ ਰਹਿੰਦੇ ਹੋ? ਇੱਥੇ ਕੀ ਹੁੰਦਾ ਹੈ? ਖਾਰਿਸ਼ ਹੁੰਦੀ ਹੈ ਜਾਂ ਕੀ ਗੱਲ ਹੈ? ਉਹਨੇ ਤਾਂ ਇੱਦਾਂ ਪੁੱਛਿਆ। ਪਰ ਮਹਾਰਾਜ ਅਗੰਮੀ ਬਚਨ ਕਹਿੰਦੇ ਹੈ, ਧਰਮ ਸਿਆਂ ਤੁਰਕਾਂ ਦੀ ਜੜ ਜਿਹੜੀ ਹੈ ਨਾ ਮੋਟੀ ਹੈ, ਬਰੀਕ ਕਰ ਕਰਕੇ ਖੁਰਚ ਕੇ ਵੱਢਣੀ ਹੈ। ਜਦੋਂ ਆਹ ਵਚਨ ਕਿਹਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਉਹ ਜਿਹੜਾ ਧਰਮ ਸਿੰਘ ਭਾਈ ਰੂਪੇ ਵਾਲਾ ਹੋਰ ਸੀ, ਪੰਜਾਂ ਪਿਆਰਿਆਂ ਵਾਲੇ ਧਰਮ ਸਿੰਘ ਹੋਰ ਸੀ, ਭਾਈ ਪਰਮ ਸਿੰਘ, ਚੌਧਰੀ ਸ਼ਮੀਰ ਇੱਦਾਂ ਲਾਗੇ ਪਲੰਘ ਦੇ ਬੈਠੇ ਸੀ। ਧਰਮ ਸਿੰਘ ਕਹਿਣ ਲੱਗਾ, ਮਹਾਰਾਜ ਔਰੰਗਜ਼ੇਬ ਨੂੰ ਤਾਂ ਮਾਰਦੇ ਨਹੀਂ, ਜੜ ਕਿਵੇਂ ਵੱਢੀ ਜਾਏਗੀ ਤੁਰਕਾਂ ਦੀ? ਪਹਿਲਾਂ ਉਹਨੂੰ ਦੁਸ਼ਟ ਨੂੰ ਮਾਰੋ, ਫਿਰ ਜੜ ਵੱਢੀ ਜਾਏਗੀ। ਸਾਹਿਬ ਕਹਿਣ ਲੱਗੇ, ਇੰਨੀ ਕਾਹਲ ਹੈ ਸਿੰਘੋ ਮਾਰਨ ਦੀ? ਮਹਾਰਾਜ ਹੋਰ ਕਦੋਂ ਮਾਰੋਗੇ? 90 ਸਾਲ ਦਾ ਹੋ ਚੱਲਿਆ ਬੁੱਢਾ, ਮਾਰੋ ਇਹਨੂੰ, ਹੁਣ ਖਤਮ ਕਰੋ। ਬੜਾ ਰਾਜ ਕਰ ਲਿਆ, ਬੜਾ ਜ਼ੁਲਮ ਕਰ ਲਿਆ ਇਹਨੇ, ਹੁਣ ਖਤਮ ਕਰੋ। ਅੱਛਾ ਖਾਲਸਾ ਜੀ, ਔਰੰਗਜ਼ੇਬ ਨੂੰ ਅਸੀਂ ਸ਼ਸਤਰ ਨਾਲ ਨਹੀਂ ਮਾਰਨਾ ਚਾਹੁੰਦੇ, ਅਸੀਂ ਸ਼ਬਦ ਨਾਲ ਮਾਰਨਾ ਹੈ। ਚਲੋ ਕਾਗਜ਼ ਕਲਮ ਅਤੇ ਦਵਾਤ ਲਿਆਓ। ਵਧੀਆ ਕਾਗਜ਼ ਮੰਗਾਇਆ ਜਿਸ 'ਤੇ ਚਿੱਠੀ ਲਿਖੀ ਜਾਂਦੀ ਹੈ, ਲੰਮੀ ਚਿੱਠੀ ਲਿਖਣੀ ਸੀ। ਜਿਹੜੇ ਪੁਰਾਣੇ ਜ਼ਮਾਨੇ 'ਚ ਪੱਤਰ ਗੋਲ ਹੋ ਜਾਂਦੇ ਸਨ, ਤੁਸੀਂ ਵੇਖੇ ਹੋਣੇ ਆ, ਇੱਦਾਂ ਕਾਗਜ਼ ਹੁੰਦਾ ਸੀ। ਉਹ ਚਿੱਠੀ ਲਿਖਣ ਦਾ, ਪਰਵਾਨੇ ਲਿਖਣ ਦਾ ਤਰੀਕਾ ਸੀ। ਵਧੀਆ ਕਿਸਮ ਦਾ ਕਾਗਜ਼, ਕਲਮ, ਦਵਾਤ, ਸਿਆਹੀ ਬਣਾ ਕੇ ਪਾਤਸ਼ਾਹ ਘੋੜੇ ਦੇ ਚੜ੍ਹੇ। ਦੀਨੇ ਕਾਂਗੜ ਪਿੰਡ ਦੀ ਜੂਹ ਵਿੱਚ 6ਵੇਂ ਪਾਤਸ਼ਾਹ ਵੀ ਆਏ ਸਨ, ਉੱਥੇ ਉਹਨਾਂ ਦਾ ਸਥਾਨ ਸੀਗਾ। ਬੜਾ ਪੁਰਾਤਨ ਬੋਹੜ ਅੱਜ ਵੀ ਹੈ। ਉਸ ਬੋਹੜ ਦੇ ਲਾਗੇ ਜਾ ਕੇ ਸਤਿਗੁਰੂ ਛਾਵੇਂ ਝਿੜੀ 'ਚ ਬੈਠ ਜਾਂਦੇ ਸੀ। ਦੁਪਹਿਰ ਵੇਲੇ ਖਾਸ ਸੇਵਾਦਾਰ 1-2 ਨਾਲ ਜਾਂਦੇ ਸੀ, ਰੌਲਾ ਰੱਪਾ ਨਹੀਂ ਸੀ ਹੁੰਦਾ, ਸ਼ਾਂਤ ਹੁੰਦਾ ਸੀ ਮਾਹੌਲ। ਉੱਥੇ ਬਹਿ ਕੇ ਬਾਣੀ ਲਿਖਣ ਲੱਗੇ ਨੇ। ਸਤਿਗੁਰੂ ਔਰੰਗਜ਼ੇਬ ਨੂੰ ਇਹ ਚਿੱਠੀ ਲਿਖਦੇ ਨੇ। ਦੁਨੀਆ ਦੇ ਇਤਿਹਾਸ ਵਿੱਚ ਇੱਕ ਮਹਾਨ ਦਸਤਾਵੇਜ਼ ਹੈ। ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਉਹ ਸੱਚਾਈਆਂ ਬਿਆਨ ਕਰ ਰਹੇ ਹੈ ਜਿਹੜੀਆਂ ਉਸ ਵੇਲੇ ਸਮਾਜ ਦੀਆਂ ਅੱਖਾਂ ਤੋਂ ਵੀ ਓਹਲੇ ਸਨ। ਅਤੇ ਔਰੰਗਜ਼ੇਬ ਵੀ ਪੱਟੀ ਬੰਨੀ ਬੈਠਾ ਸੀ, ਉਹਦੀਆਂ ਪੱਟੀਆਂ ਖੋਲ੍ਹ ਦਿੱਤੀਆਂ ਪਾਤਸ਼ਾਹ ਨੇ। ਸੁਣੋ ਸਤਿਗੁਰੂ ਕਿਵੇਂ ਆਰੰਭ ਕਰਦੇ ਹਨ। ਸਾਰੀ ਸੰਗਤ ਪਿਆਰ ਨਾਲ ਆਖੋ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਫਿਰ ਆਖੋ, ਸਤਿਨਾਮ ਸ੍ਰੀ ਵਾਹਿ ਸਾਹਿਬ ਜੀ। ਇੱਕ ਓੰਕਾਰ, ਇੱਕ ਓੰਕਾਰ ਪਰਮਾਤਮਾ ਇੱਕ ਹੈ। ਸਭ ਤੋਂ ਪਹਿਲਾਂ ਮਹਾਰਾਜੇ ਲਿਖਦੇ, ਇੱਕ ਹੈ ਵਾਹਿਗੁਰੂ, ਸਾਰਿਆਂ ਦਾ ਬੀਜ ਹੈ। ਬੀਜ ਤੋਂ ਬਿਨਾਂ ਕੋਈ ਚੀਜ਼ ਪੈਦਾ ਨਹੀਂ ਹੁੰਦੀ।
ਕੋਈ ਦਰਖਤ ਹੈ, ਕੋਈ ਬੂਟਾ ਹੈ, ਕੋਈ ਜੀਵ ਹੈ, ਉਹਦਾ ਬੀਜ ਜ਼ਰੂਰੀ ਹੈ। ਐਡਾ ਵੱਡਾ ਸੰਸਾਰ ਪੈਦਾ ਹੋ ਗਿਆ, ਕਿੱਥੋਂ ਹੋਇਆ? ਗੁਰੂ ਨਾਨਕ ਸਾਹਿਬ ਕਹਿੰਦੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਜੋ ਕੁਝ ਪੈਦਾ ਹੋਇਆ ਓੰਕਾਰ ਤੋਂ ਹੋਇਆ। ਉਹ ਪੈਦਾ ਕਰਨ ਵਾਲਾ ਵੀ ਹੈ ਤੇ ਪਾਲਣਾ ਕਰਨ ਵਾਲਾ ਵੀ ਹੈ ਤੇ ਅੰਤ ਨੂੰ ਸਾਰਿਆਂ ਨੂੰ ਸਮੇਟਣ ਵਾਲਾ ਵੀ ਹੈ। ਔਰ ਉਹ ਕੇਵਲ, ਕਾਰ ਦਾ ਮਤਲਬ ਕੇਵਲ, ਓਨਲੀ ਵਨ ਹੈ, 2 3 4 ਨਹੀਂ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ, ਸਾਹਿਬ ਮੇਰਾ ਏਕੋ। ਉਹ ਜਿਹੜਾ ਇੱਕ ਓੰਕਾਰ ਹੈ, ਉਹਨੇ ਹੀ ਸਾਨੂੰ ਪੈਦਾ ਕੀਤਾ ਹੈ, ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਹਨੇ ਚੰਦ ਸੂਰਜ ਪੈਦਾ ਕੀਤੇ ਨੇ, ਉਹਨੇ ਹੀ ਸਾਰਾ ਗਿਆਨ ਧਿਆਨ ਪੈਦਾ ਕੀਤਾ ਹੈ। ਉਹੀ ਸਾਰਿਆਂ ਦੀ ਪਾਲਣਾ ਕਰਦਾ ਹੈ, ਰੋਜੀ ਰੋਟੀ ਦਿੰਦਾ ਹੈ, ਸਭ ਨੂੰ ਥਾਂ ਥਾਂ 'ਤੇ ਟਿਕਾ ਕੇ, ਤੇ ਸਾਰਿਆਂ ਨੂੰ ਸਮੇਟਦਾ ਵੀ ਉਹ ਹੈ। ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਇੱਕੋ ਹੀ ਹੈ। ਔਰ ਭਾਈ ਉਹ ਪਰਮਾਤਮਾ ਜਿਹੜਾ ਹੈ, ਉਹਦਾ ਹੁਕਮ 7 ਹੈ। ਪੜ੍ਹੋ ਜੀ। ਹੁਕਮ 7। ਹੁਕਮ 7 ਹੈ, ਉਹਦਾ ਹੁਕਮ ਨਹੀਂ ਕੋਈ ਮੇਟ ਸਕਦਾ। ਉਹ ਪਰਮਾਤਮਾ ਵਾਹਿਗੁਰੂ ਦੀ ਆਗਿਆ ਨੂੰ ਕੋਈ ਨਹੀਂ ਮਿਟਾ ਸਕਦਾ। ਜੋ ਉਹਨੇ ਕਰਨਾ ਉਹ ਹੋਣਾ, ਜਿਹੜਾ ਉਹਨੇ ਨਹੀਂ ਕਰਨਾ ਉਹ ਨਹੀਂ ਹੋਣਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਹੁਕਮ 7 ਦਾ ਮਤਲਬ ਪਰਮੇਸ਼ਰ ਦੀ ਆਗਿਆ ਅਟਲ ਹੈ। ਹੁਕਮ ਉਹਦਾ 7 ਹੈ। ਦੂਸਰਾ ਇਹਦਾ ਜੋ ਖਾਲਸੇ 'ਚ ਬੋਲਾ ਪ੍ਰਚਲਿਤ ਹੋਇਆ ਹੁਕਮ 7 ਦਾ, ਜਦੋਂ ਕੋਈ ਮਰ ਜਾਵੇ, ਚੜ੍ਹਾਈ ਕਰ ਜਾਵੇ, ਉਦੋਂ ਕਹਿੰਦੇ ਆ ਵੀ ਹੁਕਮ 7 ਹੋ ਗਿਆ। ਕਿਉਂਕਿ ਇਹ ਜਦੋਂ ਮਹਾਰਾਜ ਨੇ ਉਹਨੂੰ ਲਿਖਿਆ, ਇਸ਼ਾਰਾ ਕਰ ਦਿੱਤਾ ਔਰੰਗਜ਼ੇਬ ਨੂੰ ਵੀ ਜਿਹੜਾ ਹੁਕਮ ਦਰਗਾਹ ਦਾ ਉਹ 7 ਹੈ, ਉਹ ਤਗੜਾ ਹੋ ਜਾ। ਹੁਕਮ ਆ ਗਿਆ, ਅਟਲ ਹੁਕਮ ਆ ਗਿਆ, ਹੁਣ ਤੂੰ ਬਚ ਨਹੀਂ ਸਕਦਾ। ਹਾਂਜੀ। ਸ੍ਰੀ ਵਾਹਿਗੁਰੂ ਜੀ ਕੀ ਸ੍ਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਫਤਿਹ। ਇਹ ਬਾਣੀ ਦਸਮ ਦੀ ਵਿੱਚ ਮੰਗਲ ਹੈ। ਆਦਿ ਗੁਰੂ ਗ੍ਰੰਥ ਸਾਹਿਬ 'ਚ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਜਿੱਤ ਦੀ ਚੜ੍ਹਦੀ ਕਲਾ ਵੀਰਤਾ ਵਾਲਾ ਬੋਲਾ ਹੈ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਭੰਗਾਣੀ ਦਾ ਜੰਗ ਜਿੱਤਿਆ ਸੀ, ਉਦੋਂ ਸਿੰਘਾਂ ਨੇ ਵਧਾਈ ਦਿੱਤੀ, ਮਹਾਰਾਜ ਤੁਹਾਡੀ ਜਿੱਤ ਹੋ ਗਈ। ਮਹਾਰਾਜ ਕਹਿਣ ਲੱਗੇ ਭਈ ਜੀਤ ਮੇਰੀ? ਕਹਿੰਦੇ ਨਹੀਂ ਭਾਈ, ਭੁਲੇਖਾ ਨਾ ਕਰਿਆ ਜੇ, ਕਿਰਪਾ ਕਾਲ ਕੇਰੀ, ਕਾਲ ਪੁਰਖ ਦੀ ਕਿਰਪਾ ਦੀ ਜਿੱਤ ਹੋਈ ਹੈ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਿਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ। ਹੁਣ ਖਾਲਸਾ ਜਿਹੜੀ ਜੰਗ ਲੜੇਗਾ, ਜਿਹੜੀ ਉਹਨੂੰ ਜਿੱਤ ਮਿਲੇਗੀ, ਉਹ ਕਿਹਦੀ ਹੋਵੇਗੀ? ਉਹ ਵੀ ਵਾਹਿਗੁਰੂ ਜੀ ਕੀ ਫਤਿਹ ਹੋਏਗੀ। ਇਸ ਕਰਕੇ ਮਹਾਰਾਜ ਨੇ ਆਪਣੀ ਬਾਣੀ ਦਸਮ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਵੀ ਲਿਖਿਆ। ਇੱਕ ਓੰਕਾਰ ਸਤਿਗੁਰ ਪ੍ਰਸਾਦ ਵੀ ਲਿਖਿਆ ਜਾਪ ਸਾਹਿਬ ਦੇ ਪਹਿਲਾਂ। ਤੇ ਅੱਗੇ ਬਾਣੀਆਂ ਜਿੱਥੇ ਮਹਾਰਾਜ ਨੇ ਹੋਰ ਲਿਖੀਆਂ ਨੇ, ਉੱਥੇ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵੀ ਲਿਖੀ। ਵਾਹਿਗੁਰੂ ਜੀ ਕੀ ਫਤਿਹ ਦਾ ਮਤਲਬ ਹੈ ਵਾਹਿਗੁਰੂ ਪਰਮਾਤਮਾ ਦੀ ਹਰ ਮੈਦਾਨ ਜਿੱਤ ਹੁੰਦੀ ਹੈ, ਸੱਚਾਈ ਦੀ ਹਰ ਜਗ੍ਹਾ ਜਿੱਤ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਸਾਡੀ ਉਸ ਵਾਹਿਗੁਰੂ ਨੇ ਫਤਿਹ ਕਰ ਦਿੱਤੀ ਹੈ। ਮੋਰਚੇ ਫਤਿਹ ਹੋ ਗਏ, ਅਸੀਂ ਜਿੱਤ ਗਏ। ਸਾਧ ਸਿੰਘ ਜੀ ਇੱਕ ਗੱਲ ਹੋਰ, ਜਿੱਤ ਦੀ ਚਿੱਠੀ ਉਹਨਾਂ ਦਿਨਾਂ 'ਚ ਇੱਕ ਰਿਵਾਜ ਸੀ, 2 ਧੜੇ ਲੜਦੇ ਸਨ। ਜਿਹੜਾ ਹਾਰ ਜਾਂਦਾ ਸੀ, ਜਿੱਤਣ ਵਾਲਾ ਧੜਾ ਹਾਰੇ ਵੱਲ ਇੱਕ ਚਿੱਠੀ ਲਿਖਦਾ ਸੀ ਵੀ ਤੁਸੀਂ ਹਾਰ ਗਏ ਹੋ, ਅਸੀਂ ਜਿੱਤ ਗਏ ਹਾਂ, ਹੁਣ ਤੁਸੀਂ ਸਾਡੀ ਈਨ ਮੰਨ ਲਓ। ਜੇ ਦੇਖਿਆ ਜਾਵੇ ਦੁਨਿਆਵੀ ਪੱਖ ਤੋਂ ਤਾਂ ਸ੍ਰੀ ਚਮਕੌਰ ਸਾਹਿਬ 40 ਦੇ 40 ਸਿੰਘ ਸ਼ਹੀਦ ਹੋ ਗਏ ਨੇ, ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਸਤਿਗੁਰਾਂ ਦੇ ਬਾਜ ਘੋੜੇ ਵੀ ਵਿਛੜ ਗਏ ਨੇ। ਪਰ ਚਿੱਠੀ ਮਹਾਰਾਜ ਲਿਖ ਰਿਹਾ ਜਿੱਤ ਦੀ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ ਵੀ ਅਸੂਲਨ ਗੁਰੂ ਸਾਹਿਬ ਜਿੱਤ ਗਏ। ਅੱਗੇ ਗੱਲ ਖੁੱਲ੍ਹ ਜਾਣੀ ਹੈ। ਔਰੰਗਜ਼ੇਬ ਇਖਲਾਕੀ ਤੌਰ 'ਤੇ ਹਾਰ ਗਿਆ, ਕਿਉਂਕਿ ਉਹ ਝੂਠੀਆਂ ਕਸਮਾਂ ਪਾ ਕੇ ਗੁਰੂ ਸਾਹਿਬ ਨੂੰ ਬਾਹਰ ਲਿਆਇਆ ਸੀ। ਜਿਹੜੇ ਉਹਨੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ 'ਤੇ ਪੂਰਾ ਨਹੀਂ ਉਤਰਿਆ, ਹਾਰ ਗਿਆ। ਉਹਨੇ ਧੋਖੇ ਨਾਲ ਲੜਾਈ ਫਤਿਹ ਕਰਨੀ ਚਾਹੀ ਹੈ,
ਪਰ ਮਹਾਰਾਜ ਕਹਿੰਦੇ ਇਦਾਂ ਨਹੀਂ, ਲੜਾਈ ਖਤਮ ਹੋਈ। ਹੁਣ ਅੱਗੇ ਮਹਾਰਾਜ ਲਿਖਦੇ ਹਨ ਜੀ, ਜਫਰਨਾਮਾ ਜਫਰਨਾਮਾ ਲਿਖਦੇ, ਜਿੱਤ ਦੀ ਚਿੱਠੀ ਹੈ। ਜੰਗ ਦੇ ਵਿੱਚ ਜਿਹੜਾ ਜਿੱਤ ਜਾਵੇ ਉਹ ਲਿਖਿਆ ਕਰਦਾ ਜਫਰਨਾਮਾ। ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀਂ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਇਹ ਸ੍ਰੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿਰਲੇਖ ਦਿੱਤਾ ਸੀ ਜਦੋਂ ਦਸਮ ਦੀ ਬਾਣੀ ਲਿਖੀ ਸੀ। ਉਹਨਾਂ ਨੇ ਜਿੱਥੇ ਬਾਣੀ ਆਰੰਭ ਹੁੰਦੀ ਉੱਥੇ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਕਰਕੇ ਵੀ ਮਹਾਰਾਜ ਕਲਗੀਧਰ ਜੀ ਦੀ ਰਸਨਾ ਤੋਂ ਨਿਕਲੇ ਹੋਏ ਭਜਨ। ਇਹ ਮਹਾਰਾਜ ਦਸਮ ਪਾਤਸ਼ਾਹ ਬਾਣੀ ਉਚਾਰਨ ਕਰ ਰਹੇ ਹਨ। ਕਲਗੀਧਰ ਪਿਤਾ ਜੀ ਕਮਾਲੇ ਕਰਾਮਾਤ ਕਾਇਮ ਕਰੀਮ। ਮਹਾਰਾਜ ਦੀ ਛੰਦਾਬੰਦੀ ਵੀ ਕਮਾਲ ਦੀ ਹੈ। ਸਾਧ ਸੰਗਤ ਜੀ, ਅਲੰਕਾਰਾਂ ਦੇ, ਛੰਦਾਂ ਦੇ, ਕਵਿਤਾ ਦੇ ਬਾਦਸ਼ਾਹ ਸਨ ਗੁਰੂ ਗੋਬਿੰਦ ਸਿੰਘ ਸਾਹਿਬ। 300 ਕਿਸਮ ਦੇ ਛੰਦ ਵਰਤੇ ਦਸਮ ਦੀ ਬਾਣੀ ਵਿੱਚ। 300 ਕਿਸਮ ਦੇ ਮਦਭਾਰ ਛੰਦ, ਚਾਚਰੀ ਛੰਦ, ਭੁਜੰਗ ਪਰਿਆਤ ਛੰਦ, ਸੰਗੀਤ ਭੁਜੰਗ ਪਰਿਆਤ ਛੰਦ, ਸਵਈਆ, ਕਵਿਤ, ਹੋਲਾ ਛੰਦ, ਹੋਹਾ ਛੰਦ, ਚੌਬੋਲਾ ਛੰਦ, ਸੈਂਕੜੇ ਕਿਸਮ ਦੇ ਛੰਦ ਸਨ ਮਹਾਰਾਜ ਦੇ। ਕਿਰਪਾਨ ਕਿਰਤ ਛੰਦ, ਤਿਰਣਨ ਤੀਰੰ ਬਿਰੜਨ ਬੀਰੰ, ਤੇ ਤ੍ਰਿੜਕਾ ਛੰਦ, ਤ੍ਰਿੜੜ ਤਾਜੀ ਬਿਰੜੜ ਬਾਜੀ। ਉਹ ਤਿੰਨ ਵਾਰੀ ਡਾੜਾ ਹੀ ਆਈ ਜਾਂਦਾ, ਬੋਲਣਾ ਵੀ ਔਖਾ ਹੈ। ਅੱਜ ਜਿਹੜੇ ਵੀਰ ਦਸਮ ਦੇ ਉੱਤੇ ਸ਼ੰਕਾ ਕਰਦੇ, ਉਹਨਾਂ ਨੂੰ ਕਹੋ ਵੀ ਪੜ੍ਹ ਕੇ ਤਾਂ ਸੁਣਾਓ ਜਰਾ ਦਸਮ ਦੀ ਬਾਣੀ, ਫਿਰ ਤੁਹਾਨੂੰ ਪੁੱਛਾਂਗੇ ਵੀ ਤੁਸੀਂ ਵਿਦਵਾਨ ਹੋ, ਨਮਸਕਾਰ ਕਰੀਏ ਤੁਹਾਨੂੰ ਵੀ ਤੁਸੀਂ ਦਸਮ ਦੀ ਬਾਣੀ ਪੜ੍ਹਨੀ ਜਾਣਦੇ ਹੋ। ਖਾਲਸਾ ਜੀ, ਬਿਨਾਂ ਮਤਲਬ ਦੇ ਸ਼ੰਕਾ ਕਰ ਦੇਣਾ, ਬਿਨਾਂ ਆਧਾਰ ਦੇ, ਇਹ ਅਗਿਆਨਤਾ ਵਾਲਾ ਕਰਮ ਹੈ। ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ। ਹੁਣ ਮਹਾਰਾਜ ਦੇਖੋ, ਕੱਕੇ ਅੱਖਰ ਨਾਲ 4 ਅੱਖਰ ਨੇ, ਪਹਿਲੀ ਪੰਕਤੀ ਹੈ, ਤੁਸੀਂ ਨੋਟ ਕਰੋ, ਕਮਾਲੇ ਕਰਾਮਾਤ ਕਾਇਮ ਕਰੀਮ। ਰੱਬ ਦੇ ਨਾਂ ਲੈ ਰਹੇ। ਔਰੰਗਜ਼ੇਬ ਨੂੰ ਮੁਖਾਤਬ ਹੋਣ ਤੋਂ ਪਹਿਲਾਂ ਉਹ ਰੱਬ ਦਾ ਨਾਂ ਲੈਣਾ ਜ਼ਰੂਰੀ ਹੈ, ਉਹਦੀ ਵਡਿਆਈ ਦੱਸਣੀ। ਕਮਾਲੇ ਵੀ ਕੱਕੇ ਤੋਂ ਹੈ, ਤੇ ਕਰਾਮਾਤ ਵੀ ਕੱਕੇ ਤੋਂ ਹੈ, ਤੇ ਕਾਇਮ ਵੀ ਕੱਕੇ ਤੋਂ ਹੈ, ਤੇ ਕਰੀਮ ਵੀ ਕੱਕੇ ਤੋਂ ਹੈ। ਅਗਲੀ ਪੰਕਤੀ ਰਾਰੇ ਤੋਂ ਹੀ ਆਏਗੀ ਸਾਰੀ। ਇਹ ਛੰਦਾਂ ਦੀ ਕਮਾਲ। ਔਰੰਗਜ਼ੇਬ ਦੰਗ ਰਹਿ ਗਿਆ ਸੀ, ਕਹਿੰਦਾ ਮੈਂ ਬੜੇ ਕਾਵ ਪੜ੍ਹੇ ਨੇ, ਬੜੀਆਂ ਕਿਤਾਬਾਂ ਪੜ੍ਹੀਆਂ ਨੇ, ਬਹੁਤ ਵਿਦਵਾਨ ਸੀ ਔਰੰਗਜ਼ੇਬ, ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਸੀ, ਪਰ ਕਹਿੰਦਾ ਆਹ ਚੀਜ਼ ਨਹੀਂ ਮੈਂ ਕਿਤੇ ਪੜ੍ਹੀ। ਵੀ ਕਮਾਲ ਹੀ ਹੈ, ਲਿਖਣ ਦਾ ਢੰਗ ਕਮਾਲ ਦਾ ਹੈ, ਛੰਦਾਬੰਦੀ ਕਮਾਲ ਦੀ ਹੈ, ਔਰ ਸ਼ਬਦਾਂ ਦਾ ਜੋੜ ਕਮਾਲ ਦਾ ਹੈ, ਸ਼ਬਦਾਂ ਦਾ ਅਨੁਪਰਾਸ ਕਮਾਲ ਦਾ, ਅਲੰਕਾਰ ਕਮਾਲ ਦਾ। ਕਮਾਲੇ ਕਰਾਮਾਤ ਕਾਇਮ ਕਰੀਮ। ਉਹ ਪਰਮਾਤਮਾ ਕਾਮਲ ਹੈ, ਪੂਰਾ ਹੈ। ਕਰਾਮਾਤਾਂ ਉਹਦੀਆਂ ਕਮਾਲ ਦੀਆਂ ਨੇ। ਉਹਦੀਆਂ ਕਰਾਮਾਤਾਂ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਉਹਦਾ ਇੱਕ ਛਿਨ ਦੇ ਵਿੱਚ ਕੁਝ ਦਾ ਕੁਝ ਕਰ ਦਿੰਦਾ। ਕਰਾਮਾਤਾਂ ਦਾ ਉਹ ਖਜ਼ਾਨਾ ਹੈ। ਉਹਦੀਆਂ ਸ਼ਕਤੀਆਂ, ਉਹਦੀਆਂ ਪਾਵਰਾਂ, ਉਹਦੀਆਂ ਤਾਕਤਾਂ ਦਾ ਕੋਈ ਅੰਤ ਨਹੀਂ। ਕਾਇਮ, ਸਦਾ ਹੀ ਕਾਇਮ ਦਾਇਮ ਰਹਿੰਦਾ, ਕਦੀ ਬੁੱਢਾ ਨਹੀਂ ਹੁੰਦਾ, ਕਦੀ ਮਰਦਾ ਨਹੀਂ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੁੱਕੈ ਭੋਗ। ਕਾਇਮ। ਆਪਾਂ ਸਦਾ ਕਾਇਮ ਨਹੀਂ ਰਹਿਣਾ, ਸਾਡੇ ਮਾਪੇ ਕਾਇਮ ਨਹੀਂ ਰਹੇ, ਇਸ ਧਰਤੀ ਤੇ ਕੋਈ ਕਾਇਮ ਨਹੀਂ ਰਿਹਾ। ਕਾਇਮ ਹੁੰਦਾ ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। 100 ਸਾਲ ਪਹਿਲਾਂ ਸਾਡੇ 'ਚੋਂ ਕੋਈ ਨਹੀਂ ਸੀ, ਮੈਂ 50 ਸਾਲ ਪਹਿਲਾਂ ਵੀ ਕੋਈ ਨਹੀਂ ਸੀ। ਆਉਣ ਵਾਲੀ ਘੜੀ ਨੂੰ ਹੋਣਾ ਕਿ ਨਹੀਂ ਹੋਣਾ, ਆਉਣ ਵਾਲੇ 100 ਸਾਲਾਂ 'ਚੋਂ ਸਾਡੇ 'ਚੋਂ ਕੋਈ ਵੀ ਨਹੀਂ ਹੋਣਾ। ਪਰ ਪਰਮਾਤਮਾ ਅੱਜ ਤੋਂ ਕਰੋੜਾਂ ਯੁੱਗ ਪਹਿਲਾਂ ਵੀ ਸੀ, ਅਰਬਾਂ ਯੁੱਗ ਪਹਿਲਾਂ ਵੀ ਸੀ, ਤੇ ਅਰਬਾਂ ਯੁੱਗ ਅੱਗੇ ਵੀ ਰਹੇਗਾ, ਉਹ ਕਦੀ ਖਤਮ ਨਹੀਂ ਹੋਏਗਾ। ਆਖੋ ਸਤਨਾਮ। ਕਾਇਮ ਕਰੀਮ। ਕਰੀਮ ਦਾ ਕਿਰਪਾ ਕਰਨ ਵਾਲਾ ਹੈ, ਕਰਮ ਕਰਨ ਵਾਲਾ ਹੈ, ਬਖਸ਼ਿਸ਼ ਕਰਨ। ਫਾਰਸੀ ਦੇ ਇਹ ਪਰਸ਼ੀਅਨ ਦੇ ਸ਼ਬਦ ਹਨ। ਗੁਰੂ ਸਾਹਿਬ ਫਾਰਸੀ ਦੇ ਕਵੀ ਸਨ, ਬਹੁਤ ਵੱਡੇ, ਬ੍ਰਿਜ ਭਾਸ਼ਾ ਦੇ ਬਹੁਤ ਵੱਡੇ। ਪੰਜਾਬੀ ਦੀ ਚੰਡੀ ਵਾਰ ਪੜ੍ਹ ਲਓ, ਕਮਾਲ ਕੀਤੀ ਹੈ। ਉਮੜ ਲੱਥੇ ਜੋਧੇ ਮਾਰੂ ਬੱਜਿਆ, ਬੱਦਲ ਜਿਉ ਮਹਿਖਾ ਸੁਰ ਰਣ ਵਿੱਚ ਗੱਜਿਆ, ਇੰਦਰ ਜਿਹਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜੰਗਣ ਸੱਜਿਆ, ਵੱਜੇ ਢੋਲ ਨਗਾਰੇ ਦਲਾ ਮੁਕਾਬਲਾ। ਉਹ ਪੰਜਾਬੀ ਹੈ। ਤੇ ਜੇ ਸਾਧ ਸੰਗਤ ਜੀ ਫਾਰਸੀ 'ਚ ਸਵਈਆ ਪੜ੍ਹਨਾ ਹੋਵੇ
ਉਹ ਇਕੱਲੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ। ਦੁਨੀਆ 'ਚ ਫਾਰਸੀ 'ਚ ਕੋਈ ਸਵਈਆ ਨਹੀਂ ਲਿਖ ਸਕਿਆ। ਸਵਈਆ ਛੰਦ ਹੈ, ਉਹ ਬਿਰਜ ਭਾਸ਼ਾ 'ਚ ਤਾਂ ਲਿਖਿਆ ਜਾਂਦਾ, ਪਰ ਫਾਰਸੀ 'ਚ ਨਹੀਂ ਲਿਖਿਆ ਜਾਂਦਾ। ਕ੍ਰਿਸ਼ਨਾ ਅਵਤਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ 'ਚ ਸਵਈਆ ਲਿਖਿਆ। ਜਦੋਂ ਅਫਰੀਕਾ ਦਾ ਰਹਿਣ ਵਾਲਾ ਬਾਦਸ਼ਾਹ ਹਿੰਦੁਸਤਾਨ 'ਤੇ ਹਮਲਾ ਕਰਕੇ ਆਇਆ ਸੀ, ਜਿਹਦਾ ਨਾਮ ਸੀ ਕਾਲ ਜਮਨ, ਉਹ ਕ੍ਰਿਸ਼ਨ ਭਗਵਾਨ ਨਾਲ ਲੜਿਆ ਸੀ। ਕ੍ਰਿਸ਼ਨ ਨੂੰ ਉਹਨੇ ਲਲਕਾਰਾ ਮਾਰਿਆ ਸੀ, ਫਾਰਸੀ 'ਚ ਮਾਰਿਆ ਸੀ। ਗੁਰੂ ਗੋਬਿੰਦ ਸਿੰਘ ਨੇ ਉਹਦੀ ਬੋਲੀ 'ਚ ਲਿਖਿਆ, ਜੰਗ ਦਰਾਜ ਕਾਲਜ ਮਨ ਬਗੋਇਦ ਕੀ ਮਨ ਫੌਜ ਕੋ ਸ਼ਾਹਮ। ਜੰਗ ਦੇ ਮੈਦਾਨ 'ਚ ਆ ਕੇ ਕਹਿਣ ਲੱਗਾ, ਮੈਂ ਫੌਜਾਂ ਦਾ ਪਾਤਸ਼ਾਹ ਹਾਂ, ਆ ਮੇਰੇ ਸਾਹਮਣੇ। ਜੰਗ ਦਰਾਜ ਕਾਲਜ ਮਨ ਬਗੋਇਦ ਕੀ ਮਨ ਫੌਜ ਕੋ ਸ਼ਾਹਮ, ਬਾ ਮਨ ਜੰਗ ਬਗੋ ਕੁਨ ਬਿਆ ਹਾਰ ਗਏ ਦਿਲ ਵੋ ਨਾ ਜਰਾ ਕੁਨ ਵਾਹਮ। ਦਿਲ 'ਚ ਵਹਿਮ ਨਾ ਕਰ, ਮੈਂ ਤੈਨੂੰ ਖੁਸ਼ ਕਰ ਦਿਆਂਗਾ ਲੜਾਈ 'ਚ। ਵੀ ਜੰਗ ਕਰੇਗਾ ਨਾ ਮੇਰੇ ਨਾਲ ਤੇ ਖੁਸ਼ ਹੋਏਗਾ, ਵੇਖੇਗਾ ਵੀ ਕੋਈ ਬਰਾਬਰ ਦੀ ਟੱਕਰ ਹੋਈ ਹੈ। ਰੋਜ਼ ਮਇਆ ਦੁਨੀਆ ਅਫਤਾਬਮ ਸ਼ਿਆਮ ਸ਼ਬੇ ਅਦਲੀ ਸ਼ਬ ਸ਼ਾਹਮ। ਦਿਨ ਦੇ ਵਿੱਚ ਤਾਂ ਮੈਂ ਸੂਰਜ ਹਾਂ ਤੇ ਰਾਤ ਦਾ ਮੈਂ ਚੰਦਰਮਾ ਹਾਂ। ਕਾਨ ਗੁਰੈਜੀ ਮੁਕੁੰਦ ਤੋਂ ਵਿਆਹ ਖੁਸ਼ ਮਾਤ ਕੁਨੇਮ ਜੇ ਜੰਗ ਗੁਨਾਹ ਗੁਆਮ। ਤੈਨੂੰ ਖੁਸ਼ ਕਰਾਂਗਾ ਕ੍ਰਿਸ਼ਨ, ਆ ਮੇਰੇ ਨਾਲ। ਤੇ ਤੁਸੀਂ ਕਾਲ ਜਮਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹੋ ਨਾ, ਰਖਤ ਬੀਜ ਕਾਲ ਨੇਮ ਬਿਦਾਰੇ। ਉਹ ਕਾਲ ਜਮਨ ਜਿਹੜਾ ਸੀ ਉਹਨੇ ਇਹ ਬੋਲਿਆ ਸੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨੂੰ ਛੰਦਾਂ 'ਚ ਲਿਆ ਕੇ ਸਵਈਏ 'ਚ ਪੇਸ਼ ਕੀਤਾ, ਦਸਵੇਂ ਪਾਤਸ਼ਾਹ ਨੇ। ਐਸੇ ਸੁੰਦਰ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ। ਦੇਖੋ ਸ਼ਬਦਾਂ ਦੀ ਜੜਤ ਕਿਵੇਂ ਜੜ ਰਿਹਾ, ਜਿਵੇਂ ਹੀਰੇ ਜੜਨੇ। ਕਮਾਲੇ ਕਰਾਮਾਤ ਕਾਇਮ ਕਰੀਮ। ਕਹਿੰਦੇ ਕਰਾਮਾਤਾਂ ਦਾ ਪੂਰਨ ਭੰਡਾਰਾ ਅਕਾਲ ਪੁਰਖ ਹੈ, ਸਰਬ ਸ਼ਕਤੀਆਂ ਦਾ ਮਾਲਕ ਅਕਾਲ ਪੁਰਖ ਹੈ। ਉਹ ਕਾਇਮ ਦਾਇਮ ਹੈ, ਉਹ ਮੇਰਾ ਦਾ ਸਾਈਂ ਹੈ, ਉਹ ਸਭ ਦੇ ਉੱਤੇ ਕਰਮ ਬਖਸ਼ਿਸ਼ ਕਰਦਾ ਹੈ। ਰਜਾ ਬਖਸ਼ ਹੋਏ ਰਾਜਕ ਰਹਾ ਕੁਨ ਰਹੀਮ। ਹੁਣ ਰਾਰਾ ਅੱਖਰ ਹੀ ਆ ਗਿਆ, ਸੁਣ ਲਓ। ਰਜ਼ਾ ਬਖਸ਼, ਰਾਜ਼ਕ, ਰਿਹਾ ਕੁਨ, ਰਹੀਮ, ਇਹ ਰਾਰਾ ਹੀ ਹੈ। ਰਜਾ ਬਖਸ਼ ਉਹ ਵਾਹਿਗੁਰੂ ਆਪਣੀ ਬਖਸ਼ਿਸ਼ਾਂ ਆਪਣੀ ਰਜਾ ਦੇ ਵਿੱਚ ਕਰਦਾ ਹੈ। ਜਿਹਦੇ ਟੁੱਟਦਾ ਹੈ ਨਾ, ਉਹਦੇ ਕੋਈ ਕਮੀਆਂ ਨਹੀਂ ਰਹਿਣ ਦਿੰਦਾ, ਉਹਦੀਆਂ ਸਾਰੀਆਂ ਹੀ ਭੁੱਖਾਂ ਗਵਾ ਦਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਹੁਤ ਪੂਰਨ ਅਕਾਲ ਪੁਰਖ ਵਾਹਿਗੁਰੂ ਆਪਣੇ ਮਰਜ਼ੀ 'ਚ ਆਪਣੇ ਭਾਣੇ ਵਿੱਚ ਖੇਡਾਂ ਖੇਡਦਾ ਹੈ। ਜਿਹਦੇ 'ਤੇ ਨਿਗਾਹ ਕਰਦਾ ਹੈ ਉਹਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਉਹਦੀਆਂ 9 ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਉਹ ਬੰਦੇ ਦੇ, ਜਿਹਦੇ ਵੱਲ ਉਹਦੀ ਨਿਗਾਹ ਹੋ ਜਾਂਦੀ ਹੈ। ਰਾਜ਼ਕ ਰਿਜ਼ਕ ਦੇਣ ਵਾਲੇ ਨੂੰ ਕਹਿੰਦੇ ਆ ਫਾਰਸੀ 'ਚ। ਰਿਜ਼ਕ ਵੀ ਫਾਰਸੀ ਦਾ ਹੀ ਸ਼ਬਦ ਹੈ, ਤੇ ਰਾਜ਼ਕ ਰਿਜ਼ਕ ਦੇਣ ਵਾਲਾ। ਆਹ ਦੁਨੀਆ ਦੇ ਜਿੰਨੇ ਲੋਕ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਸਾਰੇ ਉਹਦਾ ਦਿੱਤਾ ਹੀ ਖਾਂਦੇ ਨੇ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਰਾਜ਼ਕ ਹੈ, ਰਿਜ਼ਕ ਦੇਣ ਵਾਲਾ ਹੈ। ਰਿਹਾ ਕੁਨ ਉਹ ਪ੍ਰਮਾਤਮਾ ਸਾਰਿਆਂ ਨੂੰ ਰਿਹਾਈ ਦੇਣ ਵਾਲਾ ਵੀ ਹੈ। ਰਿਹਾ ਕੁਨ ਰਹੀਮ। ਰਿਹਾ ਕੁਨ ਦਾ ਅਰਥ ਹੈ ਰਿਹਾਈ ਦੇਣੀ। ਕੋਈ ਜੇਲ੍ਹ 'ਚ ਪਿਆ ਹੋਵੇ, ਉਹਨੂੰ ਬਾਹਰ ਕੱਢੋ, ਤੇ ਆਪਾਂ ਫਾਰਸੀ ਵਾਲੇ ਜਾਂ ਪੰਜਾਬ ਵਾਲੇ ਕਹਿ ਦਿੰਦੇ ਆ ਵੀ ਰਿਹਾਈ ਹੋ ਗਈ ਹੈ, ਬੰਦਾ ਜੇਲ੍ਹ ਤੋਂ ਬਾਹਰ ਆ ਗਿਆ। ਇਹ ਸੰਸਾਰ ਰੂਪੀ ਜੇਲ੍ਹ 'ਚ ਸਾਰੇ ਹੀ ਫਸੇ ਹੋਏ। ਆਪਾਂ ਸਾਰਿਆਂ ਨੂੰ ਹੱਥ ਕੜੀਆਂ ਲੱਗੀਆਂ ਨੇ, ਮੋਹ ਦੇ ਬੰਧਨ ਪਏ ਹੋਏ ਨੇ, ਮੋਹ ਦੀਆਂ ਹੱਥ ਕੜੀਆਂ ਨੇ। ਮੇਰੇ ਬੱਚੇ, ਮੇਰੀ ਪਤਨੀ, ਮੇਰਾ ਘਰ, ਮੇਰਾ ਸਰੀਰ, ਮੇਰਾ ਸਮਾਜ, ਮੇਰਾ ਪਰਿਵਾਰ, ਜਕੜੇ ਪਏ ਆ ਆਪਾਂ। ਇੱਕ ਵਾਰੀ ਅਸੀਂ ਹਜ਼ੂਰ ਸਾਹਿਬ ਗਏ, ਤੇ ਉੱਥੇ ਬਾਬਾ ਪ੍ਰੇਮ ਸਿੰਘ ਜੀ ਬੜੇ ਮਹਾਂਪੁਰਸ਼, ਮਾਤਾ ਜੀ ਦੇ ਸਥਾਨ ਦੇ ਮਹੰਤ ਨੇ, ਉਹਨਾਂ ਕੋਲ ਬੈਠੇ 5-7 ਸਿੰਘ, ਤੇ ਸਾਡੇ 'ਚ ਇੱਕ ਬਜ਼ੁਰਗ ਕਹਿਣ ਲੱਗਾ, ਜੀ ਮੈਂ ਨਾਮ ਬਾਣ ਦਾ ਅਭਿਆਸ ਤਾਂ ਕਰਦਾ, ਨਿਤਨੇਮ ਕਰਦਾ, ਮਨ ਨਹੀਂ ਲੱਗਦਾ। ਤੇ ਬਾਬਾ ਜੀ ਕਹਿਣ ਲੱਗੇ, ਭਾਈ ਮੋਹ ਛੱਡ ਦਿਓ। ਮਹਾਂਪੁਰਸ਼ ਨੁਕਤੇ ਦੀ ਗੱਲ ਕਰਦੇ ਆ, ਸਮਝ ਵਿਰਲਿਆਂ ਨੂੰ ਆਉਂਦੀ। ਮੋਹ ਛੱਡ ਦਿਓ। ਕਹਿੰਦਾ ਜੀ ਹੁਣ ਤਾਂ ਬੁੱਢੇ ਹੋ ਗਏ, 80 ਸਾਲ ਦੇ, ਹੁਣ ਕਾਹਦਾ ਮੋਹ ਹੈ, ਛੱਡਿਆ ਹੀ ਹੈ ਮੋਹ ਤਾਂ। ਉਹ ਕਹਿੰਦੇ ਫਿਰ ਇੰਝ ਕਰੋ ਬਾਬਾ ਜੀ, ਸਾਡੇ ਕੋਲ ਇੱਥੇ ਹਜ਼ੂਰ ਸਾਹਿਬ ਰਹਿ ਜਾਓ। ਕਹਿੰਦੇ ਰਹਿ ਤਾਂ ਜਾਂਦਾ ਜੀ, 2 ਮੱਝਾਂ ਰੱਖੀਆਂ ਹੋਈਆਂ ਘਰ, ਪੱਠੇ ਪਾਣੇ ਪੈਂਦੇ। ਹੁਣ ਸਾਧ ਸੰਗਤ ਜੀ ਗੱਲ ਇਹੀ ਹੈ ਵੀ ਬਾਣੀ 'ਚ ਮਨ ਕਿੱਥੇ ਲੱਗੇ। ਮਨ ਤਾਂ ਸਾਡਾ ਸੰਸਾਰ ਦੇ ਧੰਦਿਆਂ 'ਚ ਹੈ, ਮੋਹ ਨਹੀਂ ਛੱਡਦਾ।
ਉਹ ਮੋਹ ਕਰਕੇ ਅਸੀਂ ਫਸੇ ਹੋਏ ਹਾਂ, ਬੰਧਨ ਪਏ ਹੋਏ ਨੇ। ਉਹ ਬੰਧਨ ਕੌਣ ਕੱਟਦਾ? ਅਕਾਲ ਪੁਰਖ ਦਾ ਨਾਮ। ਰਿਹਾਈ, ਰਿਹਾ ਕੁਨ ਰਹੀਮ, ਤੇ ਰਹਿਮ ਕਰਦਾ। ਦੁਨੀਆ ਦੇ ਵਿੱਚ ਕੋਈ ਬੰਦਾ ਗਲਤੀ ਕਰ ਲਏ, ਆਪਾਂ ਕਹਿੰਦੇ ਇਹਨੂੰ ਵੱਢ ਦਈਏ, ਇਹਨੂੰ ਮਾਰ ਦਈਏ, ਇਹਨੂੰ ਖਾ ਜਾਈਏ, ਖਤਮ ਕਰ ਦਈਏ ਇਹਨੂੰ। ਬੱਚਾ ਗਲਤੀ ਕਰੇ, ਮਾਂ-ਬਾਪ ਇੱਕ ਦੋ ਵਾਰੀ ਵਾਰਨਿੰਗ ਦਿੰਦੇ ਆ, ਤੀਜੇ ਵਾਰੀ ਕਹਿੰਦੇ ਆ ਵੀ ਇਹਨੂੰ ਤੇ ਬੇਦਖਲ ਕਰ ਦਿਓ, ਇਹ ਨਹੀਂ ਬੰਦਾ ਬਣਨ ਵਾਲਾ। ਅਦਾਲਤ ਵਿੱਚ ਜਾ ਕੇ, ਕਚਹਿਰੀ ਜਾ ਕੇ ਨੋਟਿਸ ਹੀ ਕਢਾ ਦਿੰਦੇ ਆ ਵੀ ਮੇਰਾ ਬੱਚਾ ਮੇਰੇ ਕਹਿਣੇ 'ਚ ਨਹੀਂ, ਮੇਰੀ ਚੱਲ ਅਚਲ ਜਾਇਦਾਦ ਤੋਂ ਬੇਦਖਲ ਕੀਤਾ ਜਾਵੇ। ਲੈਣ ਦੇਣ ਦਾ ਆਪ ਜ਼ਿੰਮੇਵਾਰ ਹੈ। ਪਰ ਇਨਸਾਨ ਲੱਖਾਂ ਗਲਤੀਆਂ ਕਰਦਾ, ਅਕਾਲ ਪੁਰਖ ਦੇ ਦਰਬਾਰ 'ਚੋਂ ਰਹਿਮ ਹੀ ਮਿਲਦਾ ਹੈ, ਬੇਰਹਿਮੀ ਨਹੀਂ ਮਿਲਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਪਰਮੇਸ਼ਰ ਫਿਰ ਵੀ ਆਪਣੇ ਬੱਚੇ ਸਮਝ ਕੇ ਸਾਡੀਆਂ ਗੁਨਾਹ ਗਲਤੀਆਂ ਨੂੰ ਮਾਫ ਕਰਦਾ ਹੈ। ਰਿਹਾ ਕੁਨ ਰਹੀਮ, ਉਹ ਰਹਿਮ ਕਰਨ ਵਾਲਾ ਹੈ। ਅਮਾ ਬਖਸ਼ ਬਖਸ਼ਿੰਦ ਓ ਦਸਤਗੀਰ, ਉਹ ਪਰਮਾਤਮਾ ਈਮਾਨ ਬਖਸ਼ਣ ਵਾਲਾ ਹੈ। ਈਮਾਨ ਜਿਹੜਾ ਸਾਡੇ ਕੋਲ ਈਮਾਨ ਹੈ ਨਾ, ਧਰਮ ਸਾਡਾ ਨਹੀਂ ਹੈ, ਰੱਬ ਦਾ ਦਿੱਤਾ ਹੋਇਆ। ਜਿਹਨੂੰ ਰੱਬ ਇਮਾਨਦਾਰੀ ਬਖਸ਼ ਦਿੰਦਾ ਉਹ ਬੰਦਾ ਇਮਾਨਦਾਰ ਬਣਦਾ, ਜਿਹਨੂੰ ਬੇਈਮਾਨੀ ਬਣਾਉਂਦਾ ਉਹ ਬੇਈਮਾਨੀ 'ਚ ਹੀ ਲੱਗਾ ਰਹਿੰਦਾ। ਇਸ ਕਰਕੇ ਰੱਬ ਤੋਂ ਈਮਾਨ ਦੀ ਮੰਗ ਕਰੀਏ, ਸੱਚੇ ਪਾਤਸ਼ਾਹ ਰਹਿਮ ਕਰ, ਸਾਨੂੰ ਈਮਾਨ ਦੇ ਦੇ। ਅਮਾ ਬਖਸ਼, ਉਹ ਵਾਹਿਗੁਰੂ ਧਰਮ ਦੇਣ ਵਾਲਾ ਹੈ, ਈਮਾਨ ਦੇਣ ਵਾਲਾ ਹੈ, ਔਰ ਈਮਾਨਦਾਰਾਂ ਨੂੰ ਬਖਸ਼ਣ ਵਾਲਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧਰਮੀ ਬੰਦਿਆਂ ਦੇ ਉੱਤੇ ਬਖਸ਼ਿਸ਼ ਹੈ ਉਹਦੀ। ਬਖਸ਼ਿੰਦ, ਉਹ ਸਦਾ ਹੀ ਖਿਮਾ ਕਰਨ ਵਾਲਾ ਹੈ। ਤੇ ਦਸਤਗੀਰ ਦਾ ਮਤਲਬ ਬਾਂਹ ਫੜਨ ਵਾਲਾ ਹੈ। ਦਸਤ ਮੈਨੇ ਹੱਥ, ਬਾਂਹ, ਜਿਹਦੀ ਕੋਈ ਬਾਂਹ ਨਹੀਂ ਫੜਦਾ ਦੁਨੀਆ ਵਿੱਚ, ਆਖੋ ਵਾਹਿਗੁਰੂ, ਉਹਦੀ ਬਾਂਹ ਮੇਰਾ ਸਤਿਗੁਰੂ ਫੜਦਾ ਹੈ। ਜਿਸ ਕਾ ਨਾਹੇ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ 'ਚ 1400 ਪੜ੍ਹੇ ਲਿਖੇ ਬੰਦੇ ਸਨ। ਔਰੰਗਜ਼ੇਬ ਨੇ ਇੱਕ ਕੁਰਾਨ ਦੀ ਡੂੰਘੀ ਆਇਤ ਦੇ ਅਰਥ ਪੁੱਛੇ, 1400 ਨੇ ਦੱਸੇ, ਪਰ ਔਰੰਗਜ਼ੇਬ ਦੀ ਤਸੱਲੀ ਨਾ ਹੋਈ। ਆਪਣੇ ਲੜਕੇ ਨੂੰ ਕਹਿਣ ਲੱਗਾ, ਕਾਕਾ ਤੂੰ ਬੜਾ ਪੜ੍ਹਿਆ ਲਿਖਿਆ ਬਣਦਾ, ਤੂੰ ਸੁਣਾਈ ਕੱਲ੍ਹ ਨੂੰ ਅਰਥੇ ਦੇ। ਉਹ ਵਿਚਾਰਾ ਘਰ ਆ ਗਿਆ, ਆਪਣੇ ਦਫ਼ਤਰ 'ਚ ਸੋਚਾਂ 'ਚ ਬੈਠਾ, ਜਿਹਦਾ ਨਾਂ ਸੀ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ, ਬਾਅਦ 'ਚ ਬਾਦਸ਼ਾਹ ਬਣਿਆ। ਪਰੇਸ਼ਾਨ ਜਿਹਾ। ਭਾਈ ਨੰਦ ਲਾਲ ਜੀ ਉਹਦੇ ਕੋਲ ਮੁਨਸ਼ੀ ਲੱਗੇ, ਮੀਰ ਮੁਨਸ਼ੀ। ਉਹਨੂੰ ਦੇਖ ਕੇ ਕਹਿਣ ਲੱਗੇ ਕਿ ਸ਼ਹਿਜ਼ਾਦਾ ਤੁਸੀਂ ਅੱਜ ਪਰੇਸ਼ਾਨ ਕਿਉਂ? ਉਹ ਕਹਿਣ ਲੱਗਾ, ਨੰਦ ਲਾਲ ਜੀ ਪਰੇਸ਼ਾਨੀ ਬੜੀ ਵੱਡੀ, ਮੇਰੇ ਪਿਓ ਨੇ ਕੁਰਾਨ ਦੇ ਅਰਥ ਪੁੱਛੇ ਆ ਪੰਕਤੀ ਦੇ, ਮੈਨੂੰ ਨਹੀਂ ਸਮਝ ਆ ਰਹੇ। 1400 ਬੰਦਿਆਂ ਨੂੰ ਨਹੀਂ ਆਏ, ਮੈਨੂੰ ਕੀ ਆਣੇ? ਐਡੇ ਐਡੇ ਵਿਦਵਾਨਾਂ ਕਾਜੀ ਮੁਲਾਣਿਆਂ ਨੂੰ ਨਹੀਂ ਆਏ। ਉਹਨਾਂ ਦੀ ਗੱਲ ਤੇ ਮੇਰਾ ਪਿਓ ਨਹੀਂ ਰੱਜਿਆ, ਮੇਰੀ ਤੇ ਕੀ ਕਰੇਗਾ? ਭਾਈ ਨੰਦ ਲਾਲ ਕਹਿੰਦੇ ਲਿਆਓ ਮੈਨੂੰ ਦਿਖਾਓ ਜਰਾ। ਉਹਨਾਂ ਨੇ ਦੇਖਿਆ, ਫਟਾਫਟ ਲੰਮਾ ਚੌੜਾ ਲੇਖ ਉੱਤੇ ਲਿਖ ਦਿੱਤਾ, ਇਹ ਦਿਖਾ ਦੀ ਆਪਣੇ ਪਿਓ ਨੂੰ। ਭਾਈ ਨੰਦ ਲਾਲ ਜੀ ਦਾ ਲਿਖਿਆ ਉਹ ਲੈ ਕੇ ਜਦੋਂ ਬਾਦਸ਼ਾਹ ਦੇ ਕੋਲ ਗਿਆ, ਬਾਦਸ਼ਾਹ ਔਰੰਗਜ਼ੇਬ ਕਹਿੰਦਾ, ਕਾਕਾ ਅਰਥ ਤਾਂ ਬੜੇ ਕਮਾਲ ਦੇ ਨੇ, ਪਰ ਤੂੰ ਮੇਰਾ ਪੁੱਤਰ ਹੈ, ਮੈਂ ਤੇਰੀ ਰਗ ਰਗ ਤੋਂ ਵਾਕਫ ਹੈ, ਤੂੰ ਨਹੀਂ ਲਿਖੇ, ਕਿਸੇ ਕੋਲ ਲਿਖਵਾ ਕੇ ਲਿਆਇਆ। ਉਹ ਕਹਿੰਦਾ, ਅੱਬਾ ਬਾਦਸ਼ਾਹ ਸਲਾਮਤ, ਮੇਰੇ ਕੋਲ ਇੱਕ ਲਿਖਾਰੀ ਹੈ, ਬੜਾ ਵਿਦਵਾਨ ਹੈ, ਉਹਦੇ ਕੋਲੋਂ ਮੁਨਸ਼ੀ ਕੋਲੋਂ ਲਿਖਾਏ ਨੇ। ਕੀ ਨਾਂ ਹੈ ਤੇਰੇ ਮੁਨਸ਼ੀ ਦਾ? ਮੇਰੇ ਮੁਨਸ਼ੀ ਦਾ ਨਾਂ ਹੈ ਨੰਦ ਲਾਲ। ਔਰੰਗਜ਼ੇਬ ਕਹਿੰਦਾ, ਨੰਦ ਲਾਲ ਹਿੰਦੂ, ਅਜੇ ਤੱਕ ਮੁਸਲਮਾਨ ਨਹੀਂ ਬਣਾਇਆ ਉਹਨੂੰ। ਐਡਾ ਵਿਦਵਾਨ ਬੰਦਾ ਆਪਣੀ ਕੌਮ 'ਚ ਲਿਆਓ, ਕੱਲ੍ਹ ਨੂੰ ਮੁਸਲਮਾਨ ਬਣਾਓ ਉਹਨੂੰ। ਸ਼ਹਿਜ਼ਾਦਾ ਘਰ ਆਇਆ, ਹੋਰ ਚਿੰਤਾ 'ਚ ਪਿਆ, ਕਹਿਣ ਲੱਗਾ, ਨੰਦ ਲਾਲ ਬੜੀ ਮੁਸੀਬਤ 'ਚ ਪਾਤਾ ਤੈਨੂੰ ਮੈਂ, ਧਰਮ ਸੰਕਟ ਆ ਗਿਆ ਤੇਰੇ ਤੇ, ਤੂੰ ਮੇਰਾ ਮਿੱਤਰ ਹੈ, ਤੈਨੂੰ ਦੱਸਣਾ ਮੇਰਾ ਫਰਜ਼ ਹੈ। ਕੱਲ੍ਹ ਨੂੰ ਮੇਰਾ ਪਿਓ ਤੈਨੂੰ ਬਾਦਸ਼ਾਹ ਔਰੰਗਜ਼ੇਬ ਮੁਸਲਮਾਨ ਬਣਾਏਗਾ। ਹੁਣ ਤੂੰ ਦੱਸ, ਮੁਸਲਮਾਨ ਬਣੇਗਾ ਕਿ ਮਰੇਗਾ, ਜਾਂ ਕਿੱਧਰ ਨਿਕਲ ਜਾ? ਭਾਈ ਨੰਦ ਲਾਲ ਕਹਿੰਦਾ, ਰਾਤੋਂ ਰਾਤ ਕਿੱਥੇ ਜਾਵਾਂ, ਘਰ-ਬਾਰ ਛੱਡ ਕੇ, ਨੌਕਰੀ ਛੱਡ ਕੇ, ਪਰਿਵਾਰ ਛੱਡ ਕੇ, ਘਰ-ਬਾਰ ਛੱਡ ਕੇ, ਇੱਕਦਮ ਕਿੱਥੇ ਜਾਵਾਂ? ਇੱਕ ਰਾਤ ਦਾ ਟਾਈਮ ਹੈ ਵਿੱਚ।